ਹੈਲੋ ਐਂਡ ਵੈਲਕਮ ਬੇਟਾ। ਅੱਜ ਦੀ ਜਿਹੜੀ ਕਲਾਸ ਆਪਣੀ ਉਹ ਪਿਛਲੀ ਕਲਾਸ ਵਾਂਗ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ। ਡੈਮੋਨਸਟ੍ਰੇਸ਼ਨ ਵਧੀਆ ਜੀ ਆਪਾਂ ਕਰਕੇ ਦੇਖਣੀ ਐਂਡ ਤੇ। ਐਂਡ ਅੱਜ ਜਿਹੜਾ ਇਹ ਗੌਸ ਲਾਅ ਦਾ ਆਪਣਾ ਲੈਕਚਰ ਹੈ, ਇਹ ਲਾਸਟ ਲੈਕਚਰ ਹੋਊਗਾ। ਐਂਡ ਉਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਥੋੜੇ ਨੂਮੈਰੀਕਲਸ ਕਰਨੇ ਆ ਬੇਟਾ। ਫਿਰ ਦੋ ਡੈਰੀਵੇਸ਼ਨਸ ਨੇ, ਦੋਨੋਂ ਡੈਰੀਵੇਸ਼ਨਸ 5 ਨੰਬਰ 'ਚ ਆਉਣ ਲਈ ਬਹੁਤ ਬਹੁਤ ਇੰਪੋਰਟੈਂਟ ਨੇ। ਸੋ ਸ਼ੁਰੂ ਕਰਦੇ ਹਾਂ ਬੇਟਾ। ਪਹਿਲਾ ਨੂਮੈਰੀਕਲ ਦਿੱਤਾ ਕੀ ਹੋਇਆ, ਦੋਨੋਂ ਨੂਮੈਰੀਕਲ ਜਿਹੜੇ ਨੇ NCERT ਬੁੱਕ ਦੇ ਨੇ ਬੇਟੇ। ਤਾਂ ਅਫਕੋਰਸ NCERT ਦੇ ਜਿਹੜੇ ਨੂਮੈਰੀਕਲਸ ਨੇ ਉਹ ਵੈਸੇ ਹੀ ਤੁਹਾਨੂੰ ਪਤਾ ਹੀ ਹੈ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਵੀ ਖਾਸੇ ਇੰਪੋਰਟੈਂਟ ਹੁੰਦੇ ਨੇ, ਕਿ ਕਨਸੈਪਟ ਵੀ ਇਹਨਾਂ ਨਾਲ ਬਹੁਤ ਅੱਛਾ ਬਣਦਾ। ਠੀਕ ਹੈ, ਵੈਰੀ ਈਜ਼ੀ ਨੂਮੈਰੀਕਲਸ। ਬਸ ਤੁਹਾਨੂੰ ਫਾਰਮੂਲਾ ਲਾਉਣਾ ਆਉਣਾ ਚਾਹੀਦਾ ਹੈ। ਫਲਕਸ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ, ਕਿਹਦੇ ਬਰਾਬਰ ਹੁੰਦਾ E.A। ਸੋ ਮੈਂ ਇਹ ਵਾਲਾ ਲਾਵਾਂਗੇ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਇਹ ਮੈਂ ਸਟੇਟਮੈਂਟ ਨੂੰ ਸਮਝਾਦਾ। ਸਟੇਟਮੈਂਟ ਦੇਖੋ ਸਾਰੇ ਜਣੇ। ਸਟੇਟਮੈਂਟ 'ਚ ਆਪਾਂ ਨੂੰ ਕੀ ਗਿਵਨ ਹੈ ਕਿ EX ਯਾਨੀ ਕਿ ਜਿਹੜਾ ਫੀਲਡ X ਐਕਸਿਸ ਦੇ ਅਲੋਂਗ ਹੈ ਉਹਦਾ ਫਾਰਮੂਲਾ ਆਹ ਹੈ। ਅਲਫਾ ਦੀ ਵੈਲਿਊ ਆਪਾਂ ਨੂੰ ਗਿਵਨ ਹੈ ਵੀ 800 ਹੈ। ਠੀਕ ਹੈ, X ਕੀ ਚੀਜ਼ ਹੈ, ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ X ਨੇ ਕੀ ਕਰਦੇ ਜਾਣਾ, ਵੱਧਦੇ ਜਾਣਾ। ਜਿਵੇਂ ਆ ਦਿੱਤਾ ਹੋਇਆ ਇੱਥੋਂ ਤੱਕ X ਨੇ A ਹੋ ਜਾਣਾ, ਇੱਥੋਂ ਲੈ ਕੇ ਇੱਥੋਂ ਤੱਕ X ਨੇ ਕਿੰਨਾ ਹੋ ਜਾਣਾ, ਟੋਟਲ 2A। ਸੋ ਇਹ X ਇਹ ਵਾਲੀ ਚੀਜ਼ ਹੈ। EY ਤੇ EZ 0 ਨੇ। ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੀ ਇਲੈਕਟ੍ਰਿਕ ਫੀਲਡ ਵਾਲੀ ਨਹਿਰ ਹੈ ਇੱਕ ਤਰੀਕੇ ਦੀ, ਉਹ ਐ ਨੂੰ ਵਗਦੀ ਵੀ ਹੈ। ਉਹਦਾ ਫਲੋ ਨਾ ਤਾਂ ਐ ਨੂੰ ਹੈਗਾ ਨਾ ਐ ਨੂੰ ਹੈਗਾ। ਸਮਝਿਆ? ਇਲੈਕਟ੍ਰਿਕ ਫੀਲਡ ਲਾਈਨਸ ਨਾ ਤਾਂ ਐ ਨੂੰ ਨੇ ਨਾ ਐ ਨੂੰ ਨੇ, ਸਿਰਫ ਇੱਧਰ ਜਾ ਰਹੀਆਂ। ਇਸ ਦਾ ਓਕੇ। ਹੁਣ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਕਿਊਬ ਇਹਦੇ ਰਸਤੇ 'ਚ ਰੱਖਿਆ ਹੋਇਆ ਹੈ, ਇਹਦੀ ਹਰ ਇੱਕ ਸਾਈਡ ਜਿਹੜੀ ਹੈ ਕਿੰਨੀ ਹੈ, 0.1 ਮੀਟਰ ਹੈ। ਹੁਣ ਕਿਉਂਕਿ ਇਲੈਕਟ੍ਰਿਕ ਫੀਲਡ ਦੀ ਫਲਕਸ ਐ ਨੂੰ ਹੈ, ਤਾਂ ਆਪਾਂ ਨੂੰ ਨੇ ਕੀ ਪੁੱਛਿਆ ਕਿ ਇਸ ਕਿਊਬ ਦੇ ਵਿੱਚੋਂ ਨੈਟ ਫਲਕਸ ਕੱਢੋ। ਪਹਿਲਾ ਕੁਐਸਚਨ। ਦੂਜਾ ਕੁਐਸਚਨ ਹੈ ਕਿ ਇਹਦੇ ਅੰਦਰ ਨੈਟ ਚਾਰਜ ਕਿੰਨਾ ਹੈਗਾ। ਠੀਕ ਹੈ, ਸੋ ਵੈਰੀ ਈਜ਼ੀ ਕੁਐਸਚਨ, ਸੁਣਿਓ ਧਿਆਨ ਨਾਲ ਗੱਲ। ਇੱਕ ਕਿਊਬ ਦੇ ਟੋਟਲ ਕਿੰਨੇ ਫੇਸਿਸ ਹੋਣਗੇ ਬੇਟਾ? 6। 6 ਵਿੱਚੋਂ ਮੈਨੂੰ ਪਤਾ ਕਿ ਮੇਰਾ E ਐਕਚੁਅਲੀ ਹੈ ਹੀ n, ਕਿਉਂਕਿ EY ਤੇ EZ ਤਾਂ 0 ਨੇ। ਸੋ ਜਿਹੜਾ ਟੋਟਲ E ਹੈ ਨਾ, ਜੇ ਮੈਂ ਗੱਲ ਕਰਾਂ ਤਾਂ ਉਹਦੇ 'ਚ 3 ਜਣੇ ਹੁੰਦੇ ਨੇ ਬੇਟਾ, EX, EY ਤੇ EZ। ਲੇਕਿਨ ਆਹ ਦੋਨੋਂ ਫੈਕਟਰ 0 ਹੋਣ ਕਰਕੇ ਸਾਡਾ E ਕਿਹਦੀ ਡਾਇਰੈਕਸ਼ਨ 'ਚ, X ਦੀ ਡਾਇਰੈਕਸ਼ਨ 'ਚ ਹੀ ਹੈ ਸਰ। ਇੱਧਰ ਨੂੰ ਫੀਲਡ ਹੈ ਹਨਾ। ਜੋ ਫੀਲਡ ਇੱਧਰ ਨੂੰ ਹੈ, ਹੁਣ ਧਿਆਨ ਨਾਲ ਨੋਟ ਕਰਨਾ। ਇਹਦਾ ਮਤਲਬ ਇਹ ਹੋ ਗਿਆ ਕਿ ਮੈਂ ਜਿਹੜੇ ਫੇਸਿਸ ਦੀ ਤੁਹਾਡੇ ਨਾਲ ਗੱਲ ਕਰਦਾ, ਜਿਹੜਾ ਉੱਪਰ ਵਾਲਾ ਛੱਤ ਹੋ ਗਈ ਆਪਣੀ, ਤੇ ਜਿਹੜਾ ਥਰਡਾ ਫਲੋਰ ਹੋ ਗਿਆ, ਇੱਥੇ ਜੇ ਮੈਂ ਕੋਈ ਏਰੀਆ ਵੈਕਟਰ ਲੈ ਲਾ, ਇਦਾਂ ਕਰਕੇ ਐ ਲੈ ਲਾ, ਹੁਣ ਜੇ ਫੀਲਡ ਐ ਨੂੰ ਹੋਵੇ ਤੇ ਇਸ ਏਰੀਆ 'ਚ ਕਿੰਨੀ ਫਲਕਸ ਨਿਕਲਦੀ ਹੁੰਦੀ, ਕਿੰਨੀ ਹੁੰਦੀ ਹੈ? 0। ਜੇਕਰ ਇਹਦੇ 'ਚ 0 ਫਲਕਸ ਹੋਏਗੀ, ਸਮਝਦੇ ਹੋ ਨਾ ਗੱਲ ਨੂੰ, ਸਿਮਿਲਰਲੀ ਇਹਦੇ 'ਚ ਵੀ 0 ਹੋਏਗੀ। ਦੋ ਤਾਂ 0 ਫਲਕਸ ਵਾਲੇ ਹੋ ਗਏ। ਆਪਾਂ ਟੋਟਲ ਫਲਕਸ ਕਰਨੀ ਨਾ ਨੈਟ, ਦੋ 0 ਫਲਕਸ ਵਾਲੇ ਹੋ ਗਏ। ਐਂਡ ਹੁਣ ਅਗਲੀ ਗੱਲ ਸੁਣੋ, ਜੇਕਰ ਨਹਿਰ ਐ ਨੂੰ ਵਗ ਰਹੀ ਹੋਵੇ ਤੇ ਆਪਾਂ ਵਿਚਕਾਰ ਕੜਾ ਐ ਰੱਖ ਲਈਏ ਜਾ ਕੇ ਇਧਰਲੀ ਸਾਈਡ ਤੇ, ਤਾਂ ਇਹਦੇ ਵਿੱਚੋਂ ਹੁਣ ਕਿੰਨਾ ਪਾਣੀ ਨਿਕਲੂਗਾ ਇਸ ਕੇਸ 'ਚ? ਫਿਰ ਅਗੇ 0 ਹੋਏਗਾ ਹਨਾ। ਸੋ ਇਹਦਾ ਮਤਲਬ ਪੱਕੀ ਗੱਲ ਹੈ, ਜਿਹੜਾ ਫੇਸ ਆ ਤੁਹਾਨੂੰ ਬਾਹਰ ਨੂੰ ਦਿਖ ਰਿਹਾ ਆ ਵਾਲਾ, ਇਹਦੇ 'ਚੋਂ ਫਲਕਸ 0 ਤੇ ਉਹ ਬੈਕ ਵਾਲੇ 'ਚੋਂ ਵੀ ਫਲਕਸ ਕਿੰਨੀ ਹੈ, 0। ਸੋ ਚਾਰ ਕਿਹੜੇ 2 ਆ ਤੇ 2 ਆ, ਇਹਨਾਂ 'ਚ ਤਾਂ 0 ਹੈ। ਹੁਣ ਕਿਉਂਕਿ ਪਾਣੀ ਇਧਰੋਂ ਵਗ ਰਿਹਾ ਹੈ, ਇਧਰਲੇ ਫੇਸ 'ਚ ਐਂਟਰ ਕਰ ਰਿਹਾ ਹੋਊਗਾ ਪੱਕੀ ਗੱਲ ਫਲਕਸ। ਮੈਂ ਪਾਣੀ ਤੇ ਫਲਕਸ ਨੂੰ ਇੱਕ ਦੂਜੇ ਨਾਲ ਮਿਲਾ ਕੇ ਬੋਲ ਰਿਹਾ, ਸਮਝ ਰਹੇ ਹੋ ਨਾ ਤੁਸੀਂ ਗੱਲ ਨੂੰ। ਤਾਂ ਇਧਰੋਂ ਫਲਕਸ ਐਂਟਰ ਕਰ ਰਹੀ ਤੇ ਉਧਰੋਂ ਕੀ ਕਰ ਰਹੀ, ਲੀਵ ਕਰ ਰਹੀ। ਠੀਕ ਹੈ, ਸੋ ਮੈਂ ਕਹਾਂਗਾ ਭਾਈ ਸਾਹਿਬ ਵੀ ਇਦਾਂ ਹੈ ਪੂਰੀ ਸਿਚੁਏਸ਼ਨ ਦੇ ਹਿਸਾਬ ਨਾਲ, ਸਿਰਫ ਆਈ ਦੋ, ਇੱਕ ਆਵਲਾ ਫੇਸ ਤੇ ਇੱਕ ਆਵਲਾ ਫੇਸ ਕੰਮ ਦੇ ਨੇ। ਇੱਥੋਂ ਫਲਕਸ ਨੇ ਐਂਟਰ ਕਰਨਾ, ਮੈਂ ਇੱਥੇ ਏਰੀਆ ਵੈਕਟਰ ਡਰਾ ਕਰਨਾ। ਫਿਰ ਏਰੀਆ ਵੈਕਟਰ ਕਿਵੇਂ ਡਰਾ ਕਰੀ ਹੁੰਦਾ, ਜਿਹੜਾ ਕਿਊਬ ਹੈ ਉਹਦੇ ਤੇ ਕੀ ਆਊਟਵਰਡ ਡਰਾ ਨਾਰਮਲ ਲੈਣਾ। ਆਊਟਵਰਡ ਦਾ ਮਤਲਬ ਯਾਦ ਹੈ ਨਾ, ਪਿਛਲਾ ਲੈਕਚਰ ਜਿਹਨਾਂ ਨੇ ਅਟੈਂਡ ਕੀਤਾ ਉਹਨਾਂ ਨੂੰ ਪਤਾ ਹੋਊਗਾ। ਸੋ ਉੱਥੋਂ ਇੱਕ ਨਾਰਮਲ ਆਇਆ, ਇਹਦਾ ਨਾਮ ਆਪਾਂ ਰੱਖ ਦਿੱਤਾ A ਵੈਕਟਰ। ਠੀਕ ਹੈ, ਐਂਡ ਜਿਹੜਾ ਇੱਧਰ ਨਾਰਮਲ ਹੋਊਗਾ ਉਹ ਆ ਹੋ ਗਿਆ ਬੇਟੇ। ਓਕੇ, ਹੁਣ ਜਿਹੜੀ ਫਲਕਸ ਐਂਟਰ ਕਰੇਗੀ ਇਥੋਂ, ਉਹਦਾ ਨਾਮ ਹੈ ਰੱਖ ਦੇਣਾ phi E। E ਸਟੈਂਡਸ ਫॉर ਐਂਟਰਿੰਗ, ਫਲਕਸ ਐਂਟਰਿੰਗ। ਹੁਣ ਫਲਕਸ ਕਿੰਨੀ ਐਂਟਰ ਕਰੇਗੀ, ਉਹਦਾ ਫਾਰਮੂਲਾ ਹੈ E.A। ਧਿਆਨ ਨਾਲ ਸੁਣੀ ਚੱਲਣਾ ਗੱਲ ਬੇਟੇ। ਹੁਣ ਜਦੋਂ ਮੈਂ ਇਹਨਾਂ ਦੋਨੋਂ ਦੀ ਡਾਟ ਖੋਲਾਂਗਾ, ਮੈਨੂੰ ਪਤਾ ਹੈ ਕਿ ਮੇਰਾ E ਕਿੱਧਰ ਨੂੰ ਹੈ, ਐ ਨੂੰ ਹੈ। ਐਂਡ ਅਗਲੀ ਗੱਲ ਹੈ, E ਕਿੱਧਰ ਤੇ ਡਿਪੈਂਡ ਕਰਦਾ ਹੈ, X ਤੇ ਡਿਪੈਂਡ ਕਰਦਾ ਹੈ। ਇੱਥੋਂ ਲੈ ਕੇ ਇੱਥੋਂ ਤੱਕ X ਦੀ ਵੈਲਿਊ ਕਿੰਨੀ ਹੋ ਜਾਂਦੀ, ਆਪਾਂ ਲਿਖੀ ਬੇਟਾ ਤੇ ਕਿੰਨੀ ਹੋ ਜਾਂਦੀ, A। ਸੋ ਜੇ ਮੈਨੂੰ ਕੋਈ ਤੁਸੀਂ ਇਹ ਪੁੱਛੋਗੇ ਸਰ ਇੱਥੇ E ਕਿੰਨਾ ਨੂੰ ਬੋਲਾਂਗਾ ਬੇਟੇ, ਇੱਥੇ ਜਿਹੜਾ E ਹੈ ਨਾ ਇਸ ਜਗ੍ਹਾ ਤੇ, ਇਹਨੂੰ ਮੈਂ ਜੇ EA ਨਾਮ ਦੇਦਾ ਤਾਂ ਬਣੂਗਾ ਅਲਫਾ। ਅਲਫਾ ਕਿੰਨਾ ਹੈ, 800 into A ਦੀ ਪਾਵਰ ਕਿੰਨੀ ਬੇਟੇ, ਹਾਫ। ਆਈ ਹੋਪ ਯੂ ਗॉट ਦਿਸ, ਕਿ ਇੱਥੇ X ਦੀ ਵੈਲਿਊ ਕਿੰਨੀ ਹੈ, A ਹੈ। ਇਜ਼ ਇਟ ਓਕੇ? ਸੋ ਆਪਾਂ ਕਹਾਂਗੇ ਖੋਲ ਭਾਈ, ਖੋਲੀਏ ਕਿਵੇਂ ਖੋਲੋਗੇ? E ਸਾਡਾ ਕਿੱਧਰ ਨੂੰ ਹੈ, ਐ ਨੂੰ, A ਕਿੱਧਰ ਨੂੰ ਹੈ, ਐ ਨੂੰ, ਯਾਨੀ ਕਿ ਦੋਨੋਂ ਦੀ ਡਾਟ ਕਿੱਦਾਂ ਖੁੱਲੇਗੀ ਬੇਟਾ, EA cos ਕਿੰਨਾ 180। ਠੀਕ ਹੈ, ਹੁਣ ਉਰੇ ਜਿਹੜਾ E ਹੈ ਨਾ ਉਹ ਆ ਵਾਲਾ E ਹੈ, ਇਹਦੀ ਜਾ ਕੇ ਵੈਲਿਊ ਭਰ ਦੋ ਬੇਟਾ, ਕਿੰਨੀ ਬਣ ਗਈ 800
ਨਾਲ ਕਿੰਨਾ a ਦੀ ਪਾਵਰ ਹਾਫ। ਹੁਣ ਰਹਿ ਗਈ ਗੱਲ ਏਰੀਆ। ਹੁਣ ਜਿਹੜੀ ਆ ਸ਼ੇਪ ਹੈ ਇਹਦਾ ਮੈਗਨੀਟਿਊਡ ਕਿੰਨਾ ਬਣੇਗਾ ਇਸ ਏਰੀਆ ਦਾ? ਕਿਹੜੀ ਸ਼ੇਪ ਬਣੇਗੀ? ਆ ਵਾਲੀ ਆ ਸ਼ੇਪ ਕਿਹੜੀ ਬਣੀ? ਇੱਕ ਸਕੁਅਰ ਹੈ ਤੇ ਸਕੁਅਰ ਦਾ ਏਰੀਆ ਕਿੰਨੇ ਬਰਾਬਰ ਹੁੰਦਾ ਹੈ? a ਸਕੁਅਰ ਤੇ cos 180 ਕਿੰਨਾ ਹੁੰਦਾ ਹੈ? ਮਾਈਨਸ ਦਾ 1। ਠੀਕ ਹੈ, ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਫਲਕਸ ਐਂਟਰ ਕਰ ਰਹੀ ਉਹ ਮਾਈਨਸ ਦਾ 800। ਹੁਣ 2 ਪਾਵਰ ਆ ਪਈ ਬੇਟਾ ਤੇ ਹਾਫ ਪਾਵਰ ਆ ਪਈ। 2 ਤੇ ਹਾਫ ਕਿੰਨੀ ਬਣ ਗਈ? 2 ਐਂਡ ਹਾਫ ਹੋ ਗਈ। 2 ਐਂਡ ਹਾਫ ਮਤਲਬ ਕਿੰਨਾ ਹੋ ਗਿਆ? 5/2। ਠੀਕ ਹੈ, ਜੇਕਰ ਆਪਾਂ a ਦੀ ਵੈਲਿਊ ਇੱਥੇ ਆਪਾਂ ਮਤਲਬ ਇਹ ਸਾਰੇ ਜਿਹੜੇ ਐਸਆਈ ਚ ਭਰੀਏ ਤਾਂ ਆਪਣਾ ਆਨਸਰ ਆਊਗਾ ਨਿਊਟਨ ਮੀਟਰ ਸਕੁਅਰ ਪਰ ਕੂਲਮ। ਆਪਾਂ ਭਰਾਂਗੇ ਐਂਡ ਤੇ a ਦੀ ਵੈਲਿਊ। ਓਕੇ, ਸੋ ਦਿਸ ਇਜ਼ ਯੂਰ ਫਲਕਸ ਐਂਟਰਿੰਗ। ਹੁਣ ਫਲਕਸ ਲੀਵਿੰਗ ਕਿੰਨੀ ਹੋਏਗੀ ਉਹਦੀ ਗੱਲ ਕਰਦੇ ਹਾਂ। ਫਲਕਸ ਲੀਵਿੰਗ ਕਿੰਨੀ ਆਏਗੀ ਉਹਦੇ ਲਈ ਆਪਾਂ ਨੂੰ ਕੀ ਲੈ ਲੈਣਾ ਚਾਹੀਦਾ ਹੈ? ਆਪਾਂ ਕਹਿੰਦੇ ਦੇਖੋ ਉਹ ਹੋਏਗੀ E ਡਾਟ A। ਓਕੇ, ਆਹ ਵਾਲੀ ਜਗ੍ਹਾ ਤੇ ਹੁਣ ਇੱਥੇ E ਕਿੱਧਰ ਨੂੰ ਹੈ ਬੇਟਾ? ਉਹ ਵੀ ਐ ਨੂੰ ਹੈ। A ਵੀ ਕਿੱਧਰ ਨੂੰ ਹੈ? ਐ ਨੂੰ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸਾਡੀ ਫਲਕਸ ਹੈ ਉਹਦਾ ਫਾਰਮੂਲਾ ਕੀ ਬਣ ਗਿਆ? ਉਹ ਬਣ ਗਿਆ E A ਤੇ ਇਧਰ ਨੂੰ ਐਂਗਲ ਕਿੰਨੇ ਡਿਗਰੀ ਹੋ ਗਿਆ? 0 cos 0 ਕਿੰਨਾ ਹੁੰਦਾ? 1। ਸੋ ਇਹ ਬਣ ਗਿਆ EA। ਹੁਣ ਬੇਟੇ ਇੱਥੇ E ਕਿੰਨਾ ਹੋਊਗਾ? E ਸਾਡਾ ਕਰਦਾ x ਤੇ ਡਿਪੈਂਡ। ਇੱਥੋਂ ਲੈ ਕੇ ਇੱਥੋਂ ਤੱਕ x ਕਿੰਨਾ ਹੋ ਗਿਆ ਹੁਣ ਟੋਟਲ ਵਾਲਾ? ਇਹ ਟੋਟਲ ਹੋ ਗਿਆ 2a। ਜਦੋਂ ਤੁਸੀਂ ਇੱਥੇ 2a ਭਰੋਗੇ ਤਾਂ ਇਹ ਬਣ ਜਾਊਗਾ ਅਲਫਾ ਇਨਟੂ 2a ਦੀ ਪਾਵਰ ਕਿੰਨੀ? ਹਾਫ। तो ਇਹ ਤੁਹਾਡਾ E ਕਿੱਥੇ ਆ ਗਿਆ? 2a। ਠੀਕ ਹੈ, ਇਹਦਾ ਮਤਲਬ ਇਹ ਹੋ ਗਿਆ ਕਿ ਸਾਡਾ ਇਹ ਬਣ ਗਿਆ ਆ ਜਿਹੜਾ E ਹੈ ਇਹਦੀ ਵੈਲਿਊ ਕਿੰਨੀ ਬਣ ਗਈ? ਉਹ ਬਣ ਗਈ ਅਲਫਾ। ਅਲਫਾ ਇਜ਼ 800 ਨਾਲ 2a ਦੀ ਪਾਵਰ ਕਿੰਨੀ? ਹਾਫ ਨਾਲ ਆ ਏਰੀਆ। ਏਰੀਆ ਅਗੇਨ ਸਾਨੂੰ ਪਤਾ ਕਿ ਕਿੰਨਾ ਹੋਊਗਾ? a ਸਕੁਅਰ ਤੇ cos 0 ਕਿੰਨਾ ਹੁੰਦਾ? 1। ਸੋ ਕਿੰਨਾ ਬਣ ਗਿਆ ਇਹ? 800 ਤੇ ਨਾਲ √2। ਬੇਟੇ ਆਹ √2 ਹੋ ਗਿਆ। a ਦੀ ਪਾਵਰ ਹਾਫ ਤੇ 2 ਆ ਤਾਂ ਟੋਟਲ a ਦੀ ਪਾਵਰ ਕਿੰਨੀ ਬਣ ਗਈ? 5/2। ਇਜ਼ ਦੈਟ ਓਕੇ? ਹੁਣ ਆਹ ਸਾਡੀ ਫਲਕਸ ਕਿਹੜੀ ਸੀਗੀ? ਜਿਹੜੀ ਐਂਟਰ ਹੋਣ ਵਾਲੀ। ਤੇ ਆਹ ਵਾਲੀ ਫਲਕਸ ਕਿਹੜੀ ਹੈ? ਜਿਹੜੀ ਲੀਵ ਕਰਨ ਵਾਲੀ। ਫਲਕਸ ਹੈ ਸਕੇਲਰ ਕੁਆਂਟੀਟੀ। ਜੇ ਸਕੇਲਰ ਕੁਆਂਟੀਟੀ ਹੈ ਤਾਂ ਨੈਟ ਫਲਕਸ ਕਿੰਨੀ ਹੋਏਗੀ? ਸਿੰਪਲੀ ਅਸੀਂ ਤਾਂ ਜੋੜ ਦੇਣਾ ਬੇਟੇ। तो फ्लक्स एंटरिंग प्लस फ्लक्स लीविंग कितने बराबर आ गया? इन्हां दोहां नूं जोड़ोगे तो की कॉमन आ गया? 800 a दी पावर कितनी? 5/2 कॉमन आ गया। ते मेरा एक सौखा जिहा काम है बेटे। अच्छा इहदे पीछे भी यूनिट पा लईए। एंड मेरा एक सीधा जिहा काम यह है कि मैं हमेशा कॉमन कढना पसंद करता पहले ही। तो 800 कॉमन आ गया, a दी पावर 5/2 कॉमन आ गया। इहदे कोल बाकी की बचेगा? √2 ते उहदे कोल बाकी की बचेगा बेटे? माइनस दा 1। ठीक है, ਹੁਣ ਲਾਸਟ ਸਟੈਪ ਤੇ ਲਿਆ ਕੇ a ਦੀ ਵੈਲਿਊ ਭਰ ਦਿਓ। ਜਦੋਂ ਤੁਸੀਂ a ਦੀ ਵੈਲਿਊ ਭਰੋਗੇ ਤਾਂ 800 a ਕੋਣ ਹੈ? 0.1 ਦੀ ਪਾਵਰ ਕਿੰਨੀ ਬੇਟੇ? 5/2 ਤੇ ਨਾਲ ਜਿਹੜਾ ਆ ਵਾਲਾ a ਹੈ ਇਹ ਭਰਦਾ √2 - 1। √2 ਹੁੰਦਾ 1.414 ਤੇ -1 ਕਰੋਗੇ ਯਾਨੀ ਕਿ ਆ ਜਾਏਗਾ 0.414। ਠੀਕ ਹੈ, ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਬੇਟਾ ਤਾਂ ਜਿਹੜਾ ਤੁਹਾਡਾ ਆਨਸਰ ਆ ਜਾਣਾ ਹੈ ਉਹ ਆ ਜਾਣਾ ਹੈ 1.05। ਇਹਨੇ ਕੀ? ਨਿਊਟਨ मीटर स्क्वायर पर कूलम। ठीक है, ये साडी आ गई नेट फ्लक्स। ओके, हुण अगला काम की रहेगा? एक क्वेश्चन हो गया बेटा। अगला क्वेश्चन क्या आ गया? नेट चार्ज जेड़ा अंदर है इहदे कढो। गॉस भाई साहब नूं बुलाओ। गॉस कहना देखो जेड़ा नेट चार्ज हुंदा ना वो जेड़ा फ्लक्स हुंदी ना टोटल नेट फ्लक्स वो बराबर कितनी हुंदी है? जिन्ना चार्ज है डिवाइडेड बाय कौन बेटे? एप्सिलॉन नॉट। इज दैट ओके? इथों जे तुसीं Q कढना चाहते हो तो Q किहदे बराबर आएगा? वो आएगा एप्सिलॉन नॉट इनटू कितना बेटे? E। एप्सिलॉन नॉट कितना होता है? एप्सिलॉन नॉट कितना होता? 8.854 इंटू 10⁻⁻12। E कितना होगा? E की वैल्यू तुम भरोगे वो आप कढ़ चुके पहला कितने गए E नहीं सॉरी फाई अपना कितना आ चुका 1.05। जो तुम बेटे इनू वैल्यू भरोगे तो ये आ जाऊगा सॉल्व करके मैं इधर लिख लेना फिर हम यूज कर देंगे। ये आ जाता है 9.27 इंटू 10⁻⁻12 कूलम। सो दिस वाज द क्वेश्चन। ਆਪਾਂ ਨੂੰ ਉਹਨੇ ਫਲਕਸ ਪੁੱਛੀ, ਅਸੀਂ ਕੀ ਕੀਤਾ ਕਿ ਸਾਰਾ ਹਿਸਾਬ ਕਬਜ਼ਾ ਲਾ ਕੇ ਦੱਸਿਆ ਵੀ ਇਹ ਕਿੱਥੋਂ ਐਂਟਰ ਕਰੇਗੀ ਤੇ ਇੱਥੋਂ ਲੀਵ ਕਰੇਗੀ, ਉਹ ਕੱਢ ਲਈ। ਫਾਰਮੂਲਾ ਸਿੰਪਲ ਹੈ ਬੇਟੇ। ਹੁਣ E ਦੀ ਵੈਲਿਊ ਭਰਤੀ मतलब ਕੋਰਸਪੋਂਡਿੰਗ ਵੈਲਿਊਜ਼ ਭਰ ਕੇ ਆਨਸਰ ਕੱਢਿਆ ਹੋਇਆ। ਸੋ ਮੇਰੀ ਤੁਹਾਨੂੰ ਇਹ ਸੁਜੈਸ਼ਨ ਹੈ ਕਿ ਇਹਨੂੰ ਭਾਵੇਂ ਦੁਬਾਰਾ ਦੇਖਣਾ ਪਵੇ ਪਰ ਪੱਕਾ ਕਰ ਲਿਓ। ਠੀਕ ਹੈ, ਸੋ ਦਿਸ ਵਾਸ ਆवर ਫਰਸਟ ਕੁਐਸਚਨ। ਸੈਕਿੰਡ ਕੁਐਸਚਨ ਵੱਲ ਮੂਵ ਕਰਾਂਗੇ। ਸੈਕਿੰਡ ਕੁਐਸਚਨ 'ਚ ਕੀ ਦਿੱਤਾ ਹੋਇਆ? ਥੋੜੀ ਆਰਬਿਟਰੇਰੀ ਦੀ ਸਿਚੁਏਸ਼ਨ ਹੈ। ਪਹਿਲਾਂ ਸਟੇਟਮੈਂਟ ਨੂੰ ਸਮਝਣਾ ਸਿੱਖ ਲਓ। ਸਟੇਟਮੈਂਟ 'ਚ ਆਪਾਂ ਨੂੰ ਕੀ ਗਿਵਨ ਹੈ? ਉਹਦਾ ਜੇ ਤੁਸੀਂ NCERT ਦੀ ਬੁੱਕ 'ਚ ਦੇਖੋਗੇ ਤਾਂ ਬਹੁਤ ਵੱਡੀ ਸਟੇਟਮੈਂਟ ਹੈ। ਮੈਂ ਇਹਨੂੰ ਛੋਟਾ ਬਣਾ ਕੇ ਲਿਖਿਆ ਹੋਇਆ ਹੈ ਕਿ ਐਕਚੁਅਲੀ ਕੋਈ ਫੀਲਡ ਹੈ ਜਦੋਂ
x ਪੋਜ਼ਿਟਿਵ ਹੈ, ਆ ਸਾਡੇ ਕੋਲ y ਐਕਸਿਸ ਹੈ, ਆ x ਐਕਸਿਸ ਹੈ, ਇੱਥੋਂ ਆਪਰੇਟ ਹੁੰਦਾ ਪਿਆ ਐ ਲੱਗਦਾ ਕਿ ਜਦੋਂ x ਗ੍ਰੇਟਰ ਦੈਨ 0 ਉਦੋਂ ਤਾਂ ਇੰਨਾ ਹੈ ਤੇ ਪਲੱਸ ਪਾਇਆ ਹੋਇਆ ਇਹਦਾ ਮਤਲਬ ਇਹ ਫੀਲਡ ਇਧਰ ਨੂੰ ਹੈ ਨਾ ਆਈ ਕਿਆ ਪਾਇਆ ਨਾ, ਐਂਡ ਜਦੋਂ x ਨੈਗੇਟਿਵ ਹੈ, ਜਦੋਂ x ਨੈਗੇਟਿਵ ਹੈ ਉਦੋਂ ਇੰਨਾ ਹੀ ਫੀਲਡ ਇਧਰ ਨੂੰ ਹੈ, ਐ ਲੱਗਦਾ ਕਿ ਫੀਲਡ ਐ ਨੂੰ ਹੈ, ਇੱਥੋਂ ਆਪਰੇਟ ਹੋ ਰਿਹਾ, ਇੱਥੇ ਕੋਈ ਪਤਾ ਨਹੀਂ ਉਹਦਾ ਮੈਂ ਇਦਾਂ ਦੀ ਕੋਈ ਕਨਫੀਗਰੇਸ਼ਨ ਇਮੇਜਿਨ ਨਹੀਂ ਕਰ ਪਾ ਰਿਹਾ ਵੀ ਜਿਹਦੇ ਕਰਕੇ ਫੀਲਡ ਇੱਧਰ ਵੀ ਬਾਹਰ ਆਵੇ ਤੇ ਇੱਧਰ ਵੀ ਬਾਹਰ ਆਵੇ। ਇੱਕ ਹਾਈਪੋਥੈਟੀਕਲ ਜਿਹਾ ਕੁਐਸਚਨ ਲੱਗਦਾ ਇਹ, ਯੂ ਵਿਲ ਗੈਟ ਟੂ ਨੋ ਇਨ ਡਿਟੇਲ ਜਦੋਂ ਆਪਾਂ ਲਾਸਟ ਤੇ ਚੈਪਟਰ ਦੇ ਵਿੱਚ ਪਹੁੰਚਾਂਗੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਵਾਲੀ ਚੀਜ਼ ਨੂੰ ਇਮੇਜਿਨ ਕਰਨਾ ਬਹੁਤ ਔਖਾ ਹੈ। ਬਸ ਇੱਕ ਹਾਈਪੋਥੈਟੀਕਲ ਗੱਲ ਹੈ ਕਿ ਫੀਲਡ ਇੱਕ ਤਾਂ ਐ ਨੂੰ ਹੈ ਹਨਾ, E ਸੇ ਮੈਂ ਇਹਨੂੰ E1 ਕਹਿ ਦਾਂ ਤੇ ਇੱਕ ਐ ਨੂੰ ਹੈ ਬੇਟੇ E2 ਕਹਿ ਦਾਂ। E2 ਕੌਣ ਹੈ? ਆ E2 ਹੈ, E1 ਕੌਣ ਹੈ? ਉਹ ਆ ਹੋ ਗਿਆ। ਇਸ ਦਾ ਓਕੇ, ਸਾਨੂੰ ਹੋਰ ਕੀ ਦਿੱਤਾ ਹੋਇਆ ਹੈ, ਇਹਦੀ ਜਿਹੜੀ ਟੋਟਲ ਲੈਂਥ ਹੈ, ਇਹ ਸੈਂਟਰ ਹੈ ਬੇਟੇ, ਤੇ ਟੋਟਲ ਲੈਂਥ ਕੀ ਬਣੇ 20 ਸੈਂਟੀਮੀਟਰ ਤੇ ਇੱਕ ਇਹਦਾ ਰੇਡੀਅਸ ਕੀ ਬਣ ਬੇਟੇ ਆਪਣਾ, ਇਹਦਾ ਕੀ ਬਣੇ 5 ਸੈਂਟੀਮੀਟਰ। ਠੀਕ ਹੈ, ਤਾਂ ਆਪਾਂ ਨੂੰ ਕੱਢਣ ਨੂੰ ਕੀ ਕਿਹਾ ਹੋਇਆ ਨੇ, ਉਹ ਕਹਿੰਦਾ ਕਿ ਨੈਟ ਫਲਕਸ ਥਰੂ ਈਚ ਫਲੈਟ ਫੇਸ ਕੱਢੋ। ਹੁਣ ਇੱਕ ਸਿਲੰਡਰ ਦੇ ਕਿੰਨੇ ਫਲੈਟ ਫੇਸਿਸ ਹੁੰਦੇ ਨੇ, ਕਿੰਨੇ ਫਲੈਟ ਫੇਸਿਸ ਹੁੰਦੇ ਨੇ? ਇੱਕ ਸਿਲੰਡਰ ਦੇ ਦੋ ਹੀ ਤਰ੍ਹਾਂ ਦੇ ਸਰਫੇਸਿਸ ਹੁੰਦੇ ਨੇ ਵੈਸੇ, ਕਰਵਡ ਤੇ ਫਲੈਟ। ਕਰਵਡ ਇਹਨੂੰ ਬੋਲਦੇ ਆਪਾਂ ਤੇ ਫਲੈਟ ਕਿਹਨੂੰ ਬੋਲਦੇ ਆ? ਆਹ ਵਾਲੇ ਦੋ। ਸੋ ਦੋ ਫਲੈਟ ਫੇਸਿਸ ਨੇ ਇਹਦੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਮੈਂ ਈਚ ਫਲੈਟ ਫੇਸ ਵਾਲਾ ਕੰਮ ਮੰਨਦਾ ਹੀ ਨਹੀਂ, ਮੈਂ ਈਚ ਕੱਢਣ ਦੀ ਲੋੜ ਹੀ ਨਹੀਂ, ਇੱਕ ਹੀ ਕੱਢਾਂਗਾ ਦੂਜਾ ਆਟੋਮੈਟਿਕਲੀ ਉਨਾ ਹੀ, ਕਿਉਂਕਿ ਬਰਾਬਰ ਨੇ ਸਿਮੈਟਰੀ ਹੈ ਹਨਾ। ਹੁਣ ਉਹਨੂੰ ਕੱਢਦੇ ਆਪਾਂ ਤਾਂ ਮੰਨ ਲਓ ਕਿ ਮੈਂ ਉਧਰਲੀ ਫਲਕਸ ਕਰਦਾ, ਫਲਕਸ ਦਾ ਫਾਰਮੂਲਾ ਉਹ ਵੀ ਪੁਰਾਣਾ ਯਾਰ, E ਡਾਟ ਇਹ ਉੱਥੇ E ਤੇ A ਚ ਏਰੀਆ ਕਿੱਧਰ ਲਈ ਜਾਂਦਾ ਆਪਾਂ, ਆਊਟਵਰਡ ਨਾਰਮਲ, E ਤੇ A ਚ ਐਂਗਲ ਕਿੰਨੇ ਡਿਗਰੀ ਬਣੂਗਾ? 0 ਡਿਗਰੀ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਖੁੱਲੇਗਾ ਤਾਂ ਕਿੰਨਾ ਬਣੂਗਾ? EA cos 0। cos 0 ਕਿੰਨਾ ਹੁੰਦਾ? 1 ਹੋ ਗਿਆ। E ਦੀ ਵੈਲਿਊ, E ਦਾ ਮੈਗਨੀਟਿਊਡ ਚਾਹੀਦਾ ਆਪਾਂ ਨੂੰ, ਡਾਇਰੈਕਸ਼ਨ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ, ਕਿਉਂਕਿ ਇੱਕ ਸਕੇਲਰ ਕੁਆਂਟੀਟੀ ਹੈ। ਤਾਂ ਇਹ ਕਿੰਨਾ ਆਏਗਾ ਬੇਟੇ 200। ਏਰੀਆ ਜਿਹੜਾ ਹੈ ਹੁਣ ਕਿਉਂਕਿ ਜਿਹੜਾ ਰੇਡੀਅਸ ਉਹ 5 ਸੈਂਟੀਮੀਟਰ ਹੈ, ਤਾਂ 5 ਸੈਂਟੀਮੀਟਰ ਨੂੰ ਜੇਕਰ ਤੁਸੀਂ ਮੀਟਰਾਂ 'ਚ ਬਦਲੋਗੇ ਤਾਂ ਇਹ ਬਣੂਗਾ 0.05 ਮੀਟਰ। ਤਾਂ ਜਦੋਂ ਤੁਸੀਂ ਇੱਥੇ ਏਰੀਆ ਭਰਨਾ ਚਾਹੋਗੇ ਤਾਂ ਏਰੀਆ ਹੁਣ ਇੱਕ ਸਰਕਲ ਹੈ, ਸਰਕਲ ਦੇ ਏਰੀਆ ਦਾ ਫਾਰਮੂਲਾ ਹੁੰਦਾ ਪਾਈ r ਸਕੁਅਰ। ਸੋ ਮੈਂ ਭਰਾਂਗਾ ਪਾਈ ਇਨਟੂ r ਮੇਰਾ ਕਿੰਨਾ ਹੈ 0.05 ਦਾ ਸਕੁਅਰ ਹਨਾ, ਇੰਨੀ ਫਲਕਸ ਆ ਜਾਣੀ ਹੈ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਇਟ ਵਿਲ ਕਮ ਆਊਟ ਟੂ ਬੀ 1.57 ਇੰਨੇ ਨਿਊਟਨ ਮੀਟਰ ਸਕੁਅਰ ਪਰ ਕੂਲਮ। ਠੀਕ ਹੈ, ਇਹਨੂੰ ਪਾਈ ਦੀ ਵੈਲਿਊ ਪੜ ਕੇ ਇਹਨਾਂ ਆਨਸਰ ਆ ਜਾਏਗਾ। ਹੁਣ ਇਹ ਆ ਗਈ ਤੁਹਾਡੀ ਫਲਕਸ ਕਿਹੜੇ ਵਾਲੇ ਫੇਸ ਦੀ? ਇਹ ਪੋਜ਼ਿਟਿਵ ਵਾਲੇ ਫੇਸ ਦੀ ਆ ਗਈ। ਮੈਂ ਉਹਦਾ ਨਾਮ ਸੇ φ1 ਰੱਖਦਾ। φ2 ਕਿੰਨਾ ਆਏਗਾ? ਵੈਸੇ ਕਈ ਵਾਰੀ ਕਈ ਜਿਹੜੇ ਭੁਲੇਖਾ ਆ ਜਾਂਦੇ ਨੇ, ਹੁਣ ਕਈਆਂ ਨੂੰ ਲੱਗਦਾ ਕਿ ਇੱਧਰ ਮਾਈਨਸ ਆਏਗਾ, ਐਵੇਂ ਨਹੀਂ ਹੋਣਾ ਬੇਟੇ। ਇੱਧਰ ਨੂੰ ਜਿਹੜਾ E ਹੈ ਤੇ ਜਿਹੜਾ ਇੱਧਰ ਨੂੰ A ਹੈ, ਐਂਗਲ ਉਹਨਾਂ ਦੋਨਾਂ 'ਚ ਵੀ ਕਿੰਨੇ ਡਿਗਰੀ ਬਣਨਾ ਹੈ? 0 ਹੀ ਬਣਨਾ ਹੈ। ਸਾਡਾ ਯਾਰ ਇੱਧਰ ਨੂੰ ਵੀ E ਐ ਨੂੰ ਹੈ ਨਾ, ਇੱਧਰ ਵੀ ਐਂਗਲ 0 ਡਿਗਰੀ ਹੈ, ਸੇਮ ਪ੍ਰੋਸੀਜਰ ਸੇਮ ਆਨਸਰ। ਉਹਦਾ ਵੀ ਆਨਸਰ ਬੇਟੇ 1.57 ਨਿਊਟਨ ਮੀਟਰ ਸਕੁਅਰ ਪਰ ਕੂਲਮ ਆਣਾ। ਦੋਨੋਂ ਹੀ ਪੋਜ਼ਿਟਿਵ ਆਣੇ, ਪਲੀਜ਼ ਧਿਆਨ ਰੱਖਣਾ। ਦੋਨੋਂ ਫੇਸਿਸ ਤੋਂ ਫਲਕਸ ਲੀਵ ਕਰ ਰਹੀ ਹੈ, ਜਿਹੜੀ ਫਲਕਸ ਲੀਵਿੰਗ ਹੁੰਦੀ ਹੈ ਉਹ ਪੋਜ਼ਿਟਿਵ ਹੀ ਹੁੰਦੀ ਹੈ, ਚਾਹੇ ਤੁਸੀਂ ਮੈਥਮੈਟਿਕਲੀ ਕਹਿ ਲਓ ਚਾਹੇ ਜਿਵੇਂ ਮਰਜ਼ੀ ਸਮਝ ਲਓ, ਇਹ ਪੋਜ਼ਿਟਿਵ ਰਹਿਣੀ। ਸੋਲਵ ਕਰਕੇ ਦੇਖ ਲਓ ਤਾਂ ਵੀ ਇਹੀ ਹੈ। ਹੁਣ ਉਹਨੇ ਅਗਲੀ ਗੱਲ ਆਪਾਂ ਪੁੱਛੀ, ਈਚ ਫਲੈਟ ਫੇਸ ਦਾ ਕੁਐਸਚਨ ਹੋ ਗਿਆ। ਸੋ ਦਿਸ ਇਜ਼ ਆਵਰ ਫਰਸਟ ਕੁਐਸਚਨ। ਇਹ ਪਹਿਲੇ ਕੁਐਸਚਨ ਦਾ ਆਨਸਰ ਹੋ ਗਿਆ। ਦੂਜਾ ਕੁਐਸਚਨ ਕੀ ਬੇਟੇ ਆਪਣਾ ਜੇ ਪੁੱਛਿਆ ਗਿਆ ਉਹਨੇ ਆਪਾਂ ਨੂੰ, ਉਹ ਕਹਿੰਦਾ ਜਿਹੜਾ ਕਰਵਡ ਫੇਸ ਹੈ ਉਹਦੇ ਚ ਦੱਸੋ ਕਰਵਡ ਫੇਸ। ਹੁਣ ਅਗਲੀ ਗੱਲ ਹੈ, ਤੁਸੀਂ ਐ ਸੋਚੋ ਕਿ ਕੋਈ ਸਾਡੇ ਕੋਲ ਇੱਕ ਆਪਰੇਟਰ ਹੈ, ਉਹਦੇ ਮਤਲਬ ਇਦਾਂ ਫਲਕਸ ਉਹਦੇ ਚੋਂ ਨਿਕਲ ਰਹੀ ਬਾਹਰ ਨੂੰ। ਠੀਕ ਹੈ, ਤੁਸੀਂ ਜੇ ਫਾਊਂਟੇਨ ਵਾਂਗੂ ਸੋਚਣਾ ਚਾਹੋ ਤਾਂ ਸੋਚ ਸਕਦੇ ਹੋ, ਉਹ ਬੜਾ ਵਧੀਆ ਸਮਝਿਆ ਜਾ ਸਕਦਾ ਕਿ ਇੱਕ ਫਾਊਂਟੇਨ ਹੈ, ਉਹਦੇ ਚੋਂ ਪਾਣੀ ਸਿਰਫ ਐ ਨੂੰ ਨਿਕਲ ਰਿਹਾ ਦੋਨਾਂ ਪਾਸੇ ਸਮਹਾਓ। ਉਹ ਜਿਵੇਂ ਐ ਲਾ ਲਓ ਕਿ ਥੱਲੇ ਇੱਕ ਸੋਰਸ ਹੈ ਪਾਣੀ ਦਾ, ਇੱਥੋਂ ਇੱਕ ਟੀ ਸ਼ੇਪਡ ਜੁਆਇੰਟ ਲੱਗਾ ਹੋਇਆ, ਪਾਣੀ ਐ ਨੂੰ ਬਾਹਰ ਆ ਰਿਹਾ। ਹੁਣ ਜਦੋਂ ਐ ਨੂੰ ਜਾ ਰਿਹਾ ਹੈ ਤੇ ਆਪਾਂ ਨੂੰ ਕਹਿੰਦੇ ਕਿ ਇੱਥੋਂ ਫਲਕਸ ਕੱਢੋ ਕਰਵਡ ਸਰਫੇਸ ਤੋਂ। ਕਰਵਡ ਸਰਫੇਸ ਤੋਂ ਥੋੜੀ ਹੋਏਗੀ ਫਲਕਸ ਦਾ, ਤਾਂ ਫਲਕਸ ਤਾਂ ਐ ਨੂੰ ਹੈ ਹਨਾ। ਉਹਨੂੰ ਕਿਵੇਂ ਸਮਝਾਂਗੇ ਆਪਾਂ ਵੀ ਜੈਸੇ ਕੋਈ ਉੱਥੇ ਏਰੀਆ ਐ ਰੱਖ ਦਈਏ ਤਾਂ E, ਜਿਵੇਂ ਮੈਂ ਫੀਲਡ ਦੀ ਗੱਲ ਹੈ, E ਤੇ A 'ਚ ਐਂਗਲ ਕਿੰਨੀ ਡਿਗਰੀ ਬਣੇਗਾ ਹਮੇਸ਼ਾ? ਆਹ ਏਰੀਆ ਵੈਕਟਰ ਇਹ ਹੋਏਗਾ ਨਾ, ਮਤਲਬ ਹੁਣੇ ਮੇਰੀ ਪ੍ਰੋਬਲਮ ਹੈ ਬੋਰਡ ਦੇ ਵਿੱਚ ਕਿ ਮੈਨੂੰ ਏਰੀਆ ਵੈਕਟਰ ਐ ਨੂੰ ਚਲੋ ਬਣਾਉਣਾ ਪੈ ਗਿਆ ਤੁਹਾਨੂੰ। ਠੀਕ ਹੈ, ਮੈਨੂੰ ਪਤਾ ਹੈ ਕਿ ਮੇਰੀ ਇੱਥੇ E ਕਿੱਧਰ ਨੂੰ ਹੈ, E ਇੱਧਰ ਨੂੰ ਹੈ ਜਾਂ ਇੱਧਰ ਨੂੰ ਹੈ, ਉਹ ਇੱਥੇ ਆ ਇੱਧਰ ਨੂੰ ਹੈ, ਤਾਂ ਦੋਨਾਂ 'ਚ ਐਂਗਲ ਕਿੰਨੀ ਡਿਗਰੀ ਰਹੇਗਾ? 90। ਜੇ ਐਂਗਲ 90 ਹੋਵੇ ਤਾਂ ਫਲਕਸ ਦਾ ਫਾਰਮੂਲਾ ਕੀ ਹੁੰਦਾ ਹੈ? E ਡਾਟ A। ਇਹਨੂੰ ਖੋਲੋਗੇ ਤਾਂ EA cos 90 ਤੇ cos 90 ਕਿੰਨਾ ਹੁੰਦਾ ਬੇਟੇ? 0। ਸੋ ਮੈਥਮੈਟਿਕਲੀ 0 ਹੈ। ਉੱਦਾਂ ਜੇ ਤੁਸੀਂ ਆਪਦੇ ਦਿਮਾਗ ਨੂੰ ਪੁੱਛੋ ਤਾਂ ਵੀ 0 ਹੈ ਯਾਰ। ਠੀਕ ਹੈ ਨਾ, ਜਦੋਂ ਫਲੋ ਹੀ ਐ ਨੂੰ ਹੈ ਤਾਂ ਫਿਰ ਇੱਧਰ ਨੂੰ ਥੋੜੀ ਜਾਏਗੀ ਫਲਕਸ। ਇਹ ਹੋ ਗਿਆ ਆਪਣਾ ਬੇਟੇ ਸੈਕਿੰਡ ਕੁਐਸਚਨ। ਥਰਡ ਕੁਐਸਚਨ ਦੇਖੋ ਕਿੱਡਾ ਸੌਖਾ ਹੈ, ਮੁਫਤੀ ਦੇ ਨੰਬਰ ਹੁੰਦੇ ਨੇ ਬੇਟਾ ਇਹ। ਨੈਟ ਫਲਕਸ ਕੱਢਣੀ ਹੈ। ਨੈਟ ਫਲਕਸ ਕਿਵੇਂ ਕੱਢੋਗੇ ਦੱਸੋ ਮੈਨੂੰ? ਦੂਜਾ ਕੁਐਸਚਨ ਕਿੰਨੀ ਹੋਏਗੀ?
क्वाइट ऑब्वियस है कि इधरों भी लीव कर रही है, इधरों भी लीव कर रही है, सो दोनों पॉजिटिव आए हुए ने अपने आंसर। स्केलर क्वांटिटी है बोलागा एक ਤਾਂ 1.57 ਸੀ, ਇੱਕ ਹੋਰ ਆਈ ਸੀ ਉਹ ਵੀ 1.57 ਸੀ, ਇੱਕ ਹੋਰ ਆਈ ਸੀ ਕਿ ਨਹੀਂ ਆਈ ਸੀ ਪਤਾ ਨਹੀਂ, ਉਹ 0 ਸੀ। ਜਿਹੜੀਆਂ ਆ 1.57 ਤੇ ਆ ਵਾਲੀ ਕਿਹੜੀ ਇਧਰੋਂ 0, ਸੋ ਇਹ ਕਿੰਨਾ ਬਣ ਜਾਏਗਾ 150 ਤੇ 150 ਹੋ ਗਿਆ 300, 3.14 ਇੰਨੇ ਨਿਊਟਨ ਮੀਟਰ ਸਕੁਆਇਰ ਪਰ ਕੂਲਮ ਹੋ ਗਿਆ ਬੇਟੇ। ਓਕੇ, ਚੌਥਾ ਕੁਐਸਚਨ ਕੀ ਹੈ? ਨੈਟ ਫਲਕਸ ਆ ਗਈ ਤੁਹਾਡੇ ਕੋਲ। ਚੌਥਾ ਕੁਐਸਚਨ ਕੀ ਪੁੱਛਿਆ? ਕਿੰਨਾ ਚਾਰਜ ਅੰਦਰ, ਨੈਟ ਚਾਰਜ। ਬੜਾ ਓਬਵੀਅਸ ਹੈ ਕੀ ਲਾਓਗੇ ਬੇਟਾ ਇਹਦੇ ਲਈ? ਜਦੋਂ ਵੀ ਤੁਹਾਡੇ ਕੋਲ ਫਲਕਸ ਆ ਜਾਵੇ ਤਾਂ ਚਾਰਜ ਕੱਢਣਾ ਹੋਵੇ ਤਾਂ ਗੌਸ ਥਿਊਰਮ ਕੰਮ ਆਉਂਦੀ, ਬਸ਼ਰਤੇ ਕਿ ਕਲੋਜ਼ਡ ਸਰਫੇਸ ਹੋਵੇ। ਆਪਣੇ ਕਲੋਜ਼ਡ ਸਰਫੇਸ ਹੀ ਚੱਲਦੇ ਪਏ ਨੇ, ਤਾਂ ਆਪਾਂ ਨੂੰ ਪਤਾ ਹੈ ਕਿ ਫਲਕਸ ਬਰਾਬਰ ਕਿੰਨੀ ਹੁੰਦੀ ਹੈ? Q ਬਾਏ ਐਪਸਾਈਲਨ ਨੋਟ। ਇੱਥੋਂ Q ਕਿੰਨੇ ਬਰਾਬਰ ਆਏਗਾ ਬੇਟੇ? ਉਹ ਆਏਗਾ ਐਪਸਾਈਲਨ ਨੋਟ ਟਾਈਮਸ ਫਲਕਸ। ਸੋ ਬੇਟੇ ਐਪਸਾਈਲਨ ਨੋਟ ਦੀ ਵੈਲਿਊ ਜਿਵੇਂ ਤੁਸੀਂ ਇੱਥੇ ਭਰੀ ਸੀ ਤੇ ਫਲਕਸ ਦੀ ਵੈਲਿਊ ਤੁਹਾਡੇ ਕੋਲ ਆਈ ਹੋਈ ਹੈ, ਕੱਢ ਲੈਣਾ। ਇਹਦਾ ਆਂਸਰ ਜਿਹੜਾ ਉਹ ਆ ਜਾਂਦਾ 2.78 into 10 raised to power minus 11 ਕੂਲਮ। ਓਕੇ, ਸੋ ਇਹ ਹੋਏ ਆਪਣੇ ਦੋ ਨੂਮੈਰੀਕਲ। ਹੁਣ ਆਪਾਂ ਬੇਟੇ ਇਸ ਤੋਂ ਬਾਅਦ ਅੱਗੇ ਚੱਲਾਂਗੇ। ਅਗਲਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਆਪਾਂ ਕੱਢਣੀ ਹੈ ਇੱਕ ਲਾਈਨ ਚਾਰਜ ਕਰਕੇ। 5 ਨੰਬਰ ਵਾਲੀ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ ਇੰਪੋਰਟੈਂਟ ਕੁਐਸਚਨ ਹੈ, ਧਿਆਨ ਨਾਲ ਸੁਣਿਓ। ਤਾਂ ਜਿਹੜਾ ਟੌਪਿਕ ਬੇਟਾ ਤੁਹਾਡੇ ਕੋਲ ਸਕਰੀਨ ਤੇ ਹੈਗਾ ਕਿ ਤੁਹਾਨੂੰ ਉਹਨੇ ਕਿਹਾ ਕਿ ਇੱਕ ਇਨਫਾਈਨਾਈਟ ਲਾਈਨ ਚਾਰਜ ਹੈ। ਠੀਕ, ਇਨਫਾਈਨਾਈਟ ਲਾਈਨ ਚਾਰਜ ਨੂੰ ਬਣਾਉਣ ਦਾ ਤਰੀਕਾ ਕਿਵੇਂ? ਕਾਪੀ ਤੇ ਤੁਸੀਂ ਸੋਲਿਡ ਬਣਾ ਕੇ ਥੋੜਾ ਪੋਰਸ਼ਨ ਬਾਕੀ ਡੋਟਡ ਬਣਾ ਕੇ ਇਦਾਂ ਐਕਸਟੈਂਡ ਕਰ ਦਿਆ ਕਰੋ। ਸੋ ਇਹ ਇਨਫਾਈਨਾਈਟ ਹੋ ਗਈ। ਯੂਨੀਫਾਰਮਲੀ ਚਾਰਜਡ ਹੈ ਉਹਦੀ ਗੱਲ ਹੋ ਗਈ। ਐਂਡ ਆਪਾਂ ਇਹਦੇ ਕਰਕੇ ਇਹਦੇ ਉੱਪਰ ਕੋਈ ਪੁਆਇੰਟ ਹੈ, ਉੱਪਰ ਕਹਿਣਾ ਵੈਸੇ ਗਲਤ ਹੋਏਗਾ, ਵੀ ਇਹਦੇ ਅਰਾਊਂਡ ਜਿਵੇਂ ਆਹ ਤਾਰ ਹੈ ਇਹਦੇ ਅਰਾਊਂਡ ਕਿਤੇ ਕੋਈ ਪੁਆਇੰਟ ਲੈ ਲੈਣਾ ਤੇ ਉੱਥੇ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੱਢਣੀ ਹੈ। ਠੀਕ ਹੈ, ਹੁਣ ਹੋ ਸਕਦਾ ਕਿ ਤੁਹਾਡੇ ਦਿਮਾਗ 'ਚ ਇਹ ਗੱਲ ਆਵੇ ਕਿ ਅਸੀਂ ਇੱਕ ਇਨਫਾਈਨਾਈਟ ਲਾਈਨ ਚਾਰਜ ਲੈ ਸਕਦੇ ਹਾਂ ਐਕਚੁਅਲੀ। ਹੈ ਇਨਫਾਈਨਾਈਟ ਮਤਲਬ ਇੱਕ ਧਾਗਾ ਇਨਫਾਈਨਾਈਟ ਲੈਂਥ ਦਾ ਲੈ ਸਕਦੇ ਹਾਂ ਆਪਾਂ, ਕਦੀ ਪੋਸੀਬਲ ਹੈਗਾ? ਤਾਂ ਇਸ ਗੱਲ ਨੂੰ ਸਮਝ ਲਓ ਸਾਇੰਸ ਦੇ ਵਿੱਚ ਕਿ ਇਹ ਜਿਹੜਾ ਇਨਫਿਨਿਟੀ ਵਰਡ ਹੈ ਇਹ ਐਕਚੁਅਲੀ ਰਿਲੇਟਿਵ ਹੁੰਦਾ ਬੇਟੇ। ਰਿਲੇਟਿਵ ਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਮੇਰੇ ਕੋਲ ਆਹ ਤਾਰ ਹੈ, ਠੀਕ ਹੈ, ਹੁਣ ਇਹ ਤਾਰ ਅਫਕੋਰਸ ਤੁਸੀਂ ਕਹੋਗੇ ਸਰ ਫਾਈਨਾਈਟ ਲੈਂਥ ਦੀ, ਮਤਲਬ ਐਡੀ ਕੁ ਲੈਂਥ ਦੀ ਹੈ ਐਂਡ ਇਹ ਫਾਈਨਾਈਟ ਲੈਂਥ ਦੀ ਹੈ। ਹੁਣ ਜੇਕਰ ਮੈਂ ਇਹਨੂੰ ਆਪਦੇ ਤੋਂ ਦੂਰ ਲੈ ਕੇ ਜਾਵਾਂ ਤੇ ਮੈਨੂੰ ਛੋਟੀ ਲੱਗਣ ਲੱਗ ਪਏਗੀ। ਜਦੋਂ ਮੈਂ ਇਸੇ ਤਾਰ ਨੂੰ ਆਪਦੀ ਅੱਖ ਦੇ ਨੇੜੇ ਲੈ ਕੇ ਆਉਣਾ ਸ਼ੁਰੂ ਕਰਦਾ ਐ ਕਰਕੇ ਤੇ ਜਿੰਨਾ ਮੇਰਾ ਇਸ ਤਾਰ ਤੋਂ ਡਿਸਟੈਂਸ ਘਟੇਗਾ ਉਹਨਾਂ ਮੈਨੂੰ ਇਹ ਐ ਲੱਗੇਗੀ ਜਿਵੇਂ ਯਾਰ ਬਹੁਤ ਵੱਡੀ ਹੈ ਤਾਂ, ਹਨਾ। ਸੋ ਮੁੱਕਦੀ ਗੱਲ ਇਹ ਹੈ ਕਿ ਜਿਹੜਾ ਤਾਰ ਦਾ ਵੱਡਾ ਜਾਂ ਛੋਟਾ ਦਿਖਣਾ ਉਹ ਕਿਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਹਦੇ ਤੋਂ ਕਿੰਨੀ ਦੂਰ ਆ। ਸਮਝੇ ਗੱਲ? ਜੇ ਮੇਰਾ ਆਬਜ਼ਰਵੇਸ਼ਨ ਪੁਆਇੰਟ ਇਸ ਤਾਰ ਦੇ ਜਾਂ ਇਸ ਧਾਗੇ ਦੇ ਜਾਂ ਇਸ ਲਾਈਨ ਚਾਰਜ ਡਿਸਟ੍ਰੀਬਿਊਸ਼ਨ ਦੇ ਨੇੜੇ ਹੈ ਤਾਂ ਅਸੀਂ ਕਹਾਂਗੇ ਇਹਦਾ ਮਤਲਬ ਇਹ ਫੇਅਰਲੀ ਗੁੱਡ ਗੱਲ ਹੈ ਕਿ ਵੀ ਇਹ ਪੱਕਾ ਇਨਫਾਈਨਾਈਟ ਹੈ। ਇਜ਼ ਦੈਟ ਓਕੇ? ਗੱਲ ਸਮਝ ਆ ਗਈ ਤੁਹਾਨੂੰ? ਓਕੇ, ਇਸ ਗੱਲ ਨੂੰ ਯਾਦ ਰੱਖਣਾ। ਐਂਡ ਇੱਕ ਗੱਲ ਪੱਕੀ ਹੈ ਕਿ ਜਦੋਂ ਆਪਾਂ ਇਨਫਾਈਨਾਈਟ ਦੀ ਗੱਲ ਆਪਾਂ ਕਰ ਰਹੇ ਹਾਂ, ਆਪਾਂ ਇਹ ਮੰਨ ਰਹੇ ਹਾਂ ਹੈਗੀ ਵੀ ਇਨਫਾਈਨਾਈਟ ਹੈ ਤੇ ਹਾਫ ਪੋਰਸ਼ਨ ਇੱਧਰ ਹੈ ਹਾਫ ਪੋਰਸ਼ਨ ਉੱਧਰ ਹੈ। ਓਕੇ, ਠੀਕ ਹੈ। ਜੇਕਰ ਇਦਾਂ ਦੀ ਸਿਚੁਏਸ਼ਨ ਹੈਗੀ ਹੈ ਬੇਟੇ ਤਾਂ ਸਾਨੂੰ ਪਤਾ ਹੈ ਕਿ ਇਹਦੇ ਉੱਪਰ ਜੇ ਆਪਾਂ ਕਿਤੇ ਵੀ ਕੋਈ ਪੁਆਇੰਟ P ਲੈ ਲਈਏ, ਮੰਨ ਲਓ ਮੈਂ ਇੱਥੇ ਲੈ ਲਾਂ, ਐਂਡ ਜੇਕਰ ਹਾਫ ਆਫ ਵਾਇਰ ਇੱਧਰ ਨੂੰ ਹੈ ਐਂਡ ਇਹਦਾ ਜੇ ਡਿਸਟੈਂਸ ਸਾਡੀ ਵਾਇਰ ਤੋਂ ਜਾਂ ਸਾਡੇ ਲਾਈਨ ਚਾਰਜ ਡਿਸਟ੍ਰੀਬਿਊਸ਼ਨ ਤੋਂ ਆ ਰਿਹਾ ਤਾਂ ਉਰੇ ਤੁਹਾਡੇ ਹਿਸਾਬ ਨਾਲ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਮੈਂ ਰੱਖਦਾ ਫੀਲਡ ਦੀ ਡਾਇਰੈਕਸ਼ਨ ਕਿੱਧਰ ਹੋਏਗੀ ਬੇਟਾ? ਫੀਲਡ ਦੀ ਡਾਇਰੈਕਸ਼ਨ ਕਿੱਧਰ ਹੋਏਗੀ ਇਹ ਦੱਸੋ? ਆ ਰੱਖਤਾ ਮੇਰੀ ਕਿ ਕਿੱਧਰ ਨੂੰ ਜਾਏਗਾ ਇਹ ਵਾਲਾ ਚਾਰਜ? ਵਾਟ ਡੂ ਯੂ ਥਿੰਕ? ਹੁਣ ਤੁਹਾਡੇ ਚੋਂ ਕਈਆਂ ਨੂੰ ਐ ਲੱਗਦਾ ਹੋ ਸਕਦਾ ਹੈ ਕਿ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ, ਜਾਂ ਕਈ ਜਿਹੜੇ ਜ਼ਿਆਦਾਤਰ ਬੱਚੇ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸਮਝ ਸਕਦੇ ਨੇ ਕਿ ਐਕਚੁਅਲੀ ਕਿੱਧਰ ਨੂੰ ਜਾਏਗਾ। ਜੇਕਰ ਹਾਫ ਹੈ ਇੱਧਰ ਨੂੰ ਹੈ ਹਾਫ ਇੱਧਰ ਨੂੰ, ਇਹਦੇ ਜੇ ਬਰਾਬਰ ਦਾ ਜ਼ੋਰ ਦੋਨਾਂ ਪਾਸੋਂ ਲੱਗ ਰਿਹਾ ਹੈ ਕਰਕੇ ਸਿਮੈਟਰੀ ਕੁਐਸਚਨ ਦੀ ਇਹ ਕਹਿੰਦੀ ਕਿ ਇਹਦੇ ਕੋਲ ਜਾਣ ਦਾ ਰਸਤਾ ਕਿੱਧਰ ਨੂੰ ਹੈ? ਐਵੇਂ ਹੀ। ਸੋ ਇੱਕ ਗੱਲ ਪੱਕੀ ਕਿ ਜਦੋਂ ਵੀ ਇਨਫਾਈਨਾਈਟ ਆਪਾਂ ਵਾਇਰ ਲਾਂਗੇ ਤਾਂ ਉਹਦੇ ਕਰਕੇ ਜਿਹੜਾ ਫੀਲਡ ਉਹ ਕਿੱਧਰ ਨੂੰ ਹੁੰਦਾ? ਐਵੇਂ ਹੁੰਦਾ। ਠੀਕ ਹੈ, ਇਹਨੂੰ ਆਪਾਂ ਲਿਖ ਵੀ ਲੈਂਦੇ ਹਾਂ। ਅਸੀਂ ਕੀ ਕਹਾਂਗੇ? ਲਿਖਾਂਗੇ ਫਰੋਮ ਸਿਮੈਟਰੀ ਆਰਗੂਮੈਂਟ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਨਾ ਇਜ਼ ਅਲੋਂਗ, ਮੈਂ ਜੇ ਇਹਨੂੰ O ਨਾਮ ਦੇਦਾ ਤਾਂ ਅਲੋਂਗ ਕੀ ਹੈ? OP। ਐਂਡ ਪਲੀਜ਼ ਇਹਦਾ ਨਾ ਸਮਝਣਾ ਇਹ ਤਾਂ ਇੱਕ ਮੇਰੀ ਬੋਰਡ ਦੀ ਡਾਇਗਰਾਮ ਹੈ। P ਇੱਥੇ ਵੀ ਹੋ ਸਕਦਾ ਸੀ, ਇਹ ਤਾਰ ਜੇ ਆਹ ਹੈ ਆਪਣੇ ਕੋਲ, ਆਹ ਤਾਰ ਹੈ ਤਾਂ P ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਕਿਤੇ ਵੀ ਰੱਖੋਗੇ ਉਹ ਰੇਡੀਅਲੀ ਆਊਟਵਰਡ ਹੈ ਕਰਕੇ।
ठीक है। देयरफॉर ਅਸੀਂ ਇਹ ਵੀ ਕਹਿ ਸਕਦੇ ਹਾਂ ਆਲਸੋ द फील्ड इज ਕਿਵੇਂ ਦੀ ਸ਼ੇਪ 'ਚ सिलेंड्रिकली सिमेट्रिक, ठीक है, समझ आ गई गल जी। इज दैट ओके। हुण जो फील्ड सिलेंड्रिकली सिमेट्रिक है आप ये मान लेने कि लेट लैम्डा इज लीनियर चार्ज डेंसिटी, ठीक है, क्योंकि चार्ज लेंथ ते फैलिया होया पर है इनफाइनाइट, सानू नहीं पता भी कितना चार्ज है ते उहदी कितनी लेंथ है, आप इहदे बारे कोई आर्गूमेंट नहीं करना। ਅਸੀਂ ਕਹਾਂਗੇ ਵੀ ਬਸ ਇੰਨਾ ਕਿ ਜਿਹੜੀ ਚਾਰਜ ਦੀ ਡੈਂਸਿਟੀ ਹੈ, ਹਾਊ ਡੈਂਸ ਦਾ ਚਾਰਜ ਇਜ਼, ਯਾਨੀ ਕਿ ਕਿੰਨਾ ਕੁ ਚਾਰਜ ਆਇਆ ਹੈ ਉਹਨੂੰ ਆਪਾਂ ਕਿਵੇਂ ਭਾਪਦੇ ਹੁੰਦੇ ਹਾਂ, ਲੈਮਡੇ ਦੇ ਨਾਲ। ਓਕੇ, ਹੁਣ ਜਦੋਂ ਮੈਨੂੰ ਲੈਮਡੇ ਦੀ ਗੱਲ ਮੈਂ ਕਰ ਚੁੱਕਿਆ, ਹੁਣ ਮੈਂ ਕੀ ਕਰਨਾ, ਗੌਸ ਥਿਊਰਮ ਲਾਉਣੀ ਹੈ। ਗੌਸ ਥਿਊਰਮ ਲਾ ਕੇ ਆਪਾਂ ਕੱਢਣਾ ਕੀ ਹੈ ਬੇਟੇ, ਆਹ ਹੁਣ ਇਹ ਤੁਹਾਨੂੰ ਯਾਦ ਰਹਿਣਾ ਚਾਹੀਦਾ ਕਿ ਆਪਾਂ ਗੌਸ ਥਿਊਰਮ ਵਾਲੇ ਜਿੰਨੇ ਵੀ ਇਹ ਤਿੰਨ ਡੈਫੀਨੇਸ਼ਨਾਂ ਨੇ, ਰਾਦਰ ਜਿੱਥੇ ਵੀ ਗੌਸ ਥਿਊਰਮ ਲਾ ਕੇ ਇਲੈਕਟ੍ਰਿਕ ਫੀਲਡ ਕੱਢਣ ਨੂੰ ਕਿਹਾ ਜਾਵੇ, ਮੈਥਡ ਸੇਮ ਹੈ ਸਭ ਕੁਐਸਚਨਾਂ ਦੇ ਲਈ ਕਿ ਤੁਸੀਂ ਫਲਕਸ ਨੂੰ 2 ਵਾਰ ਕੱਢਣਾ ਹੈ। ਕਿੰਨੀ ਵਾਰ? 2 बार। पहली बार किवें कटोगे, आ वाले नाल इनू की बोलोगे भी ये की चीज है, ये की फ्लक्स की डेफिनेशन कि फ्लक्स हुंदी आ है, आ की रिप्रेजेंट करता हुंदा है। इहदा मतलब है कि जेड़ा साडा सरफेस है की है क्लोज्ड है, बंद है। एंड दूजी गल की कहोगे कि जेड़ी फ्लक्स है कितने बराबर है बेटा, Q बाय एप्सिलॉन नॉट। ये कित्थों आई, गॉस लॉ तो। फ्लक्स 2 बारी कढ के आपां उहनूं कर देना करना इक्वेट। ओके, ਹੁਣ ਆਪਾਂ ਕੀ ਕਰਨ ਲੱਗੇ ਆ, ਆਪਾਂ ਨੂੰ ਕਹਿੰਦੇ ਵੀ ਚੂਜ਼। ਹੁਣ ਆਪਾਂ ਕਿਵੇਂ ਦਾ ਸਿਲੈਂਡਰੀਕਲ ਸਰਫੇਸ ਲੈਣਾ ਬੇਟੇ, ਆਪਾਂ ਕਿਵੇਂ ਦਾ ਗੌਸੀਅਨ ਸਰਫੇਸ ਲੈਣਾ ਹੈ, ਮੈਂ ਖੁਦ ਹੀ ਬੋਲ ਗਿਆ ਕਿ ਸਿਲੈਂਡਰੀਕਲ ਲੈਣਾ ਹੈ। ਕਿਉਂ ਸਿਲੈਂਡਰੀਕਲ ਲਓਗੇ, ਸਮਝਦੇ ਹੋ ਨਾ, ਜਦੋਂ ਅਸੀਂ ਸਿਲੈਂਡਰੀਕਲ ਲਾਂਗੇ ਆਪਾਂ ਮੋਸਟ ਸਿਮੈਟ੍ਰਿਕ ਲੈਣਾ ਹੈ। ਹੁਣ ਆਪਾਂ ਨੂੰ ਜਦੋਂ ਸਿਲੈਂਡਰੀਕਲ ਸਰਫੇਸ ਕਿਹਾ, ਹੁਣ ਆਪਾਂ ਉਹਨੂੰ ਇਨਫਾਈਨਾਈਟ ਲੈਂਥ ਤੋਂ ਲੈ ਨਹੀਂ ਸਕਦੇ, ਹੈਨਾ, ਤਾਂ ਆਪਾਂ ਕੀ ਕਹਿੰਦੇ ਆ, ਵੀ ਚੂਜ਼ ਅ ਸਿਲੈਂਡਰੀਕਲ ਗੌਸੀਅਨ ਸਰਫੇਸ। ਧਿਆਨ ਨਾਲ ਦੇਖੀ ਚੱਲਿਓ, of length L, उनकी length L होएगी, line charge as its axis, and OP equal to R as radius। मतलब ते नाल इत्थे लिख दो as shown, जिवें आपां दिखाता। मतलब ये क्यों कह रहा मैं, क्योंकि मैं बनाना इदा ना कि हाफ सिलेंडर इधरले पासे बना देना, ए हाफ आप उधरले पासे रख देना। लेकिन एक गल याद रखना कि साडा बहुत सारा पोर्शन अजे बाहर फिरदा है, नो प्रॉब्लम एट ऑल। मैं तुहानूं पहला भी कहा कि रिजल्ट तुहानूं नज़ारे तो आएगा, ठीक है। हुण आपां इहदी लेंथ कितनी मान ली, L, ठीक है। अगली गल ये मान लो कि लेट चार्ज within the cylinder is, कुछ ना कुछ आ गया ना फिक्स, क्योंकि आप इनकी लेंथ फिक्स है, is Q। देयरफॉर बेटा लैम्डा कितने बराबर हो गया, लैम्डा, लैम्डे का फॉर्मूला होता है चार्ज डिवाइडेड बाय की होता है लेंथ। इनको बेटे नंबर 1 पा दो, चाहे तो Q की वैल्यू कट के रख लो, Q कितने बराबर आ गया, लैम्डा टाइम्स L इन नंबर 1 पा लो। इज दैट ओके। हुण तक आपां की कीता है, एक तरीके नाल ऐ सोच लो भी बड़ी स्वाद सब्जी बनानी है, ये सब्जी का रॉ मटीरियल अपने को सारा इकट्ठा हो गया, ठीक है। हुण रेसिपी के बारे में तुहानूं दस चुकिया मैं किवें करना है, जो रेसिपी पता फिर बनाना बहुत सौखा काम है। सब तो पहले नंबर पर असीं कहांगे भाई साहब तुहाडे चों असीं करनी फ्लक्स। हुण जो असीं फ्लक्स करनी है तो फ्लक्स के लिए की करी जाता है, बाय डेफिनेशन आ हुंदी है फ्लक्स, ठीक है, बाय डेफिनेशन आ हो गया। लैक्चर 1 का जिहड़ा पार्ट 2 है उहदे विच पुत्तर ये चीज़ आपां ऑलरेडी पहले ही कर चुके हैं। हुण ਜਿਹੜੇ ਬੱਚਿਆਂ ਨੇ ਅਟੈਂਡ ਕੀਤਾ ਹੋਇਆ ਉਹ ਦੂਜੀ ਵਾਰੀ ਕਰ ਰਹੇ ਨੇ, ਸੋ ਇੱਕ ਗੱਲ ਪੱਕੀ ਕਿ ਉਹਨਾਂ ਨੂੰ ਪੱਕਾ ਚੰਗੀ ਤਰ੍ਹਾਂ ਯਾਦ ਹੋ ਗਿਆ ਕਿ ਫਲਕਸ ਕਿਵੇਂ ਕੱਢੀ ਦੀ ਹੈ। ਹੁਣ ਕਲੋਜ਼ਡ ਸਰਫੇਸ ਜਿਹੜਾ ਹੈ ਨਾ, ਇੱਥੇ ਜਾਓ ਕਿ ਵੀ ਬਾਈ ਤੂੰ ਬੰਦ ਹੈ, ਕਹਿੰਦਾ ਹਾਂ ਜੀ ਬੰਦ ਆ ਮੈਂ। ਅਸੀਂ ਕਿ ਕਿਉਂ ਬੰਦ ਹੈ, ਕਹਿੰਦੇ ਦੇਖੋ ਮੇਰੇ 2 ਫਲੈਟ ਸਰਫੇਸ ਆਹ ਵਾਲੇ ਬੰਦ ਹੋ ਗਏ, ਇੱਕ ਆ ਕਰਵਡ ਸਰਫੇਸ ਹੋ ਗਿਆ। ਓਕੇ, ਅਸੀਂ ਕਿਹਾ ਇਹਦਾ ਮਤਲਬ ਇਹ ਹੈ ਕਿ ਤੂੰ ਇੱਕ ਆਹ ਵਾਲਾ ਸਰਫੇਸ, ਇਹਦੇ ਚੋਂ ਇੱਕ ਆਹ ਵਾਲਾ ਸਰਫੇਸ ਹੈ, ਜਿਵੇਂ ਇੱਥੇ ਇੱਕ ਏਰੀਆ ਵੈਕਟਰ ਲੈ ਲਾ, ਐ ਨੂੰ ਏਰੀਆ ਵੈਕਟਰ ਕਿੱਧਰ ਹੁੰਦਾ, ਆਊਟਵਰਡ ਡਰਾ ਨਾਰਮਲ ਨੂੰ, एक एरिया वेक्टर इधर ले ला ds2
ਇਹਨੂੰ ਮੈਂ ਨੰਬਰ 2 ਪਾ ਰਿਹਾ, ਇਹ ਨੰਬਰ 1 ਪਾ ਰਿਹਾ। ਆਹ ਵਾਲਾ ਜਿਹੜਾ ਕਰਵ ਸਰਫੇਸ ਹੈ ਇਹਨੇ ਸਾਰਿਆਂ ਦਾ ਨਾਮ ਆਪਾਂ 3 ਰੱਖ ਕੇ ਇੱਥੇ ਜਿਹੜਾ ds ਹੈ ਉਹਨੂੰ ਐ ਲੈ ਲੈਣਾ। ਐਂਡ ਡੋਂਟ ਐਵਰ ਥਿੰਕ ਕਿ ਸਰ ਨੇ ਇੱਥੇ ਲਿਆ ਇੱਥੇ ਨਹੀਂ ਲੈ ਸਕਦੇ, ਕਿਤੇ ਵੀ ਲੈ ਸਕਦੇ ਆ। ਈਵਨ ਹੁਣ ਵੇਖੋ 3D ਆਪਾਂ ਬਣਾ ਨਹੀਂ ਸਕਦੇ, ਅਦਰਵਾਈਜ਼ ਇਹਨੇ ਐ ਆਉਣਾ, ਕਿਤੇ ਵੀ ਲੈ ਲਓ ਬਾਹਰ ਨੂੰ ਆ ਜਾਏ, ਸਮਝਦੇ ਹੋ। ਸੋ ਮੈਂ ਕਹਾਂਗਾ ਪਹਿਲੇ ਸਰਫੇਸ ਤੇ ਅਸੀਂ ਕੱਢਾਂਗੇ ਉਹਦੇ ਤੇ ds1 ਆਏਗਾ, ਫਿਰ ਦੂਜੇ ਸਰਫੇਸ ਤੇ ਕੱਢਾਂਗੇ ਉਦੋਂ ਕਿੰਨਾ ਆਊਗਾ ds2 ਆਊਗਾ, ਫਿਰ ਅਸੀਂ ਤੀਜੇ ਸਰਫੇਸ ਤੇ ਕੱਢਾਂਗੇ ਉਹ ਕਿੰਨਾ ਆਊਗਾ e.ds3 ਆਏਗਾ। ਠੀਕ ਹੈ, ਹੁਣ ਆ ਜਾਓ ਬੱਚਿਓ ਕਰਵਾਓ ਮੇਰੇ ਨਾਲ। ਪਹਿਲਾਂ ਡੀ ਇੱਥੇ ਗੱਲ ਕਰੋ ਵੀ ਇੱਥੇ ਜੇ ਆਪਾਂ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖੀਏ ਸਾਨੂੰ ਪਤਾ ਹੈ ਕਿ ਵਾਇਰ ਇਨਫਾਈਨਾਈਟ ਲੈਂਥ ਦੀ ਹੈ। ਉਰੇ e ਦੀ ਡਾਇਰੈਕਸ਼ਨ ਕਿੱਧਰ ਹੋਏਗੀ ਬੇਟਾ, ਉਹ ਆਪਾਂ ਨੂੰ ਪਤਾ ਹੈ ਕਿ ਐਨ ਹੋਇਆ, ਆਪਾਂ ਪਹਿਲੇ ਲਿਖ ਚੁੱਕੇ ਹਾਂ ਗੱਲ ਕਿ e ਕਿੱਧਰ ਨੂੰ ਹੈ, ਬਾਈ ਸਿਮੈਟਰੀ ਆਰਗੂਮੈਂਟ ਐਨ ਹੋਏ। ਜੇ e ਐਨ ਹੋਏ ds ਐਨ ਹੋਏ, ਇਹ ਉਵੇਂ ਹੀ ਸਿਚੁਏਸ਼ਨ ਹੈ ਕਿ ਜਿਵੇਂ ਸਾਡੇ ਕੋਲ ਪਾਣੀ ਦਾ ਇੱਕ ਫੁਹਾਰਾ ਹੋਵੇ, ਠੀਕ ਹੈ, ਮਤਲਬ ਇੱਕ ਪਾਈਪ ਹੋਵੇ ਉਹਦੇ ਚ ਮੋਰੇ ਕੀਤੇ ਉਹਤੇ ਪਾਣੀ ਐ ਨਿਕਲਦਾ ਹੋਵੇ ਐ ਕਰਕੇ ਸਾਰੇ ਪਾਸੇ। ਹੁਣ ਜਦੋਂ ਪਾਣੀ ਐ ਨਿਕਲ ਰਿਹਾ ਹੈ ਮਤਲਬ ਪਾਣੀ ਸਮਝ ਗਏ ਨਾ, ਇਦਾਂ ਪਾਣੀ ਐ ਜਾ ਰਿਹਾ ਹੈ, ਤੇ ਜੇ ਮੈਂ ਰਿੰਗ ਲਿਜਾ ਕੇ ਵਿੱਚ ਐ ਰੱਖ ਦਾਂਗਾ ਜਿਵੇਂ ਆ ਰੱਖੀ ਹੋਈ ਹੈ ਇਦਾਂ, ਤਾਂ ਉੱਥੋਂ ਕੋਈ ਫਲਕਸ ਨਹੀਂ ਨਿਕਲਦੀ। ਫਲਕਸ E ਤੇ ਇਹਦੇ ਵਿੱਚ ਐਂਗਲ 90 ਡਿਗਰੀ ਹੈ, ਸੋ ਕੋਈ ਫਲਕਸ ਨਹੀਂ ਨਿਕਲਦੀ। ਜੇ ਫਲਕਸ ਨਹੀਂ ਨਿਕਲੇਗੀ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ ਇੱਥੇ ਕਿਵੇਂ ਲਿਖਾਂਗੇ, ਰੀਜ਼ਨ ਕੀ ਲਿਖਾਂਗੇ, ਕਿਉਂਕਿ ਦੋਨਾਂ 'ਚ ਐਂਗਲ ਕਿੰਨੀ ਡਿਗਰੀ ਹੈ 90। ਸਮਝ ਆ ਗਈ, ਡਾਟ ਖੋਲਦੀ। ਹੁਣ ਇਹਨਾਂ ਦੋਨਾਂ ਦੀ ਡਾਟ ਖਲਾਓ ਬੇਟੇ, ਇੱਥੇ E ਕਿੱਧਰ ਨੂੰ ਹੋਏਗਾ, ਅਰੇ ਯਾਰ ਸੇਮ ਹੈ ਨਾ। ਜੇ ਤੁਸੀਂ ਖੁਦ ਲਿਖ ਕੇ ਦੇਖ ਰਹੇ ਹੋ ਤਾਂ ਬਹੁਤ ਅੱਛੀ ਗੱਲ ਹੈ, ਬਸ ਇਹ ਧਿਆਨ 'ਚ ਰੱਖਣਾ। ਕੱਲੇ ਸੁਣਨ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਕੱਲੇ ਸੁਣ ਰਹੇ ਹੋ ਫਿਰ ਤਾਂ ਤੁਸੀਂ ਮੈਨੂੰ ਕੰਮ ਲਾਇਆ ਹੋਇਆ ਕੱਲੇ ਨੂੰ, ਆਪ ਖੁਦ ਨਾਲ ਲੱਗੇ ਰਿਹਾ ਕਰੋ। E ds3 ਤੇ cos ਕਿੰਨੀ ਡਿਗਰੀ ਬੇਟਾ, ਆ E ਤੇ ਆ ds ਕਿੰਨਾ ਬਣ ਗਿਆ 0। ਸੋ ਇਹ ਤੀਜਾ ਸਰਫੇਸ ਹੋ ਗਿਆ। ਐਂਡ ਸਾਨੂੰ ਪਤਾ ਹੈ ਕਿ cos 90 0, cos 90 0 ਆਹ ਤੇ ਬਚ ਗਿਆ ਕੱਲਾ ਆ। ਹੁਣ ਸਾਡੇ ਕੋਲ ਇੱਕ ਗੱਲ ਹੋਰ ਧਿਆਨ 'ਚ ਰੱਖਣਾ, ਵੈਸੇ ਮੈਂ ਪਿਛਲੇ ਲੈਕਚਰ 'ਚ ਵੀ ਦੱਸ ਚੁੱਕਿਆ ਕਿ ਉਰੇ ਕਦੇ ਵੀ ਭੁੱਲ ਕੇ ਸਰਕਲ ਨਾ ਪਾ ਦੇਣਾ। ਆਪਾਂ ਜਨਾਬ ਜਾਂ ਜਦੋਂ ਇਹਨੂੰ ਧਿਆਨ ਨਾਲ ਸੁਣਦੇ ਨਹੀਂ, ਬਾਅਦ 'ਚ ਆਪਾਂ ਐਗਜ਼ਾਮ 'ਚ ਪਾਏ ਹੋਣੇ ਆ, ਫਿਰ ਸਾਨੂੰ ਇਹ ਲੱਗਦਾ ਕਿ ਸਾਡਾ ਗਲਤ ਕਾਤੋਂ ਹੋ ਗਿਆ, ਇੱਥੇ ਸਰਕਲ ਨਹੀਂ ਪਾਉਣਾ। ਕਿਉਂ, ਇਹ ਤਿੰਨੋਂ ਓਪਨ, ਆ ਵੀ ਇੱਕ ਸਰਫੇਸ ਹੈ, ਆ ਵੀ ਇੱਕ ਸਰਫੇਸ ਹੈ ਤੇ ਆ ਵੀ ਇੱਕ ਸਰਫੇਸ ਹੈ, ਇਹ ਤਿੰਨੋਂ ਮਿਲ ਕੇ ਕਲੋਜ਼ਡ ਬਣਾਉਂਦੇ ਨੇ। ਇੰਡੀਵਿਜੂਅਲੀ ਤਿੰਨਾਂ 'ਚ ਕੋਈ ਕਲੋਜ਼ ਨਹੀਂ ਹੈਗਾ। ਹੁਣ ਸਰਕਲ ਕਲੋਜ਼ ਥੋੜੀ ਹੁੰਦਾ, ਆ ਸਰਕਲ ਬਣਾਤਾ ਇੱਕ ਕਲੋਜ਼ਡ ਫਿਗਰ ਥੋੜੀ ਨਾ ਐਵੇਂ ਇਹਦੇ ਵਿਦ ਰਿਸਪੈਕਟ ਟੂ ਚਾਰਜ ਨੂੰ ਬੰਦ ਕਰਨ ਵਾਲੀ ਫਿਗਰ ਦੇਖਣੀ ਆਪਾਂ, ਸਮਝਦੇ ਹੋ। ਸੋ ਅਸੀਂ ਕਹਾਂਗੇ ਵੀ ਆ ਇੱਕ ਫਲੈਟ ਸਰਫੇਸ ਹੈ, ਇਹ ਤਿੰਨੇ ਮਿਲ ਕੇ ਇੱਕ ਕਲੋਜ਼ਡ ਸਰਫੇਸ ਬਣਾਉਂਦੇ ਨੇ 3D ਹੈ ਨਾ। ਤਾਂ ਹੁਣ ਮੈਂ ਕਹਾਂਗਾ ਇਹ ਵੀ ਗਿਆ ਕਿਉਂਕਿ 9 cos 90 0 ਹੁੰਦਾ, ਬਾਕੀ ਕੀ ਬਚ ਗਿਆ EDS3 ਦਾ ਇੰਟੈਗਰਲ, ਕਿਉਂਕਿ cos 0 1 ਹੈ। ਹੁਣ ਅਗਲੀ ਗੱਲ, ਇਹ ਪੂਰਾ ਸਰਫੇਸ ਜਿਹੜਾ ਹੈ ਆਹ ਵਾਲਾ ਉਰੇ ਜੇ ਹੁਣ ਪਾਣੀ ਇਦਾਂ ਵਗਦਾ ਪਿਆ, ਜਿਵੇਂ ਉਹਨੇ ਤੋਂ ਇਦਾਂ ਦੂਰ ਹੱਥ ਰੱਖ ਲਾਂ r ਡਿਸਟੈਂਸ ਦੂਰ, ਉਹ r ਡਿਸਟੈਂਸ ਦੂਰ ਜਿੱਥੇ ਮਰਜੀ ਹੱਥ ਰੱਖਾ ਇਧਰ ਸਾਰੇ ਪਾਸੇ ਮੈਨੂੰ E ਕੀ ਮਿਲਣ ਵਾਲਾ ਸੇਮ ਇਸ ਸਰਫੇਸ ਤੇ। ਇਹੀ ਤਾਂ ਫਾਇਦਾ ਹੈ ਗੌਸੀਅਨ ਸਰਫੇਸ ਸਿਮੈਟ੍ਰੀਕਲ ਕਿਉਂ ਲੈਂਦੇ ਆ ਕਿ ਸਾਡੀਆਂ ਕੈਲਕੂਲੇਸ਼ਨ ਸੌਖੀਆਂ ਹੋਣ। E ਬਾਹਰ ਆ ਗਿਆ ਬੇਟਾ, ਜਿਵੇਂ E ਬਾਹਰ ਆਇਆ ਕਿਉਂਕਿ ਕਾਂਸਟੈਂਟ ਹੈ, ਅੰਦਰ ਕੀ ਰਹਿ ਗਿਆ ds3 ਕਿਹਨੂੰ ਬੋਲਦਾ ਹੈ, ਆ ਜਿਹੜੇ ਛੋਟੇ ਏਰੀਏ ਜੁੜਦੇ ਜਾਣਗੇ ਅਲਟੀਮੇਟਲੀ ਕੀ ਬਣੇਗਾ। ਉਹ ਜਦੋਂ ਤੁਸੀਂ ਪਿਛਲੇ ਲੈਕਚਰ 'ਚ ਦੇਖਿਆ ਮੇਰੇ ਕੋਲ ਉਹ ਸਿਲੰਡਰ ਹੈਗਾ, ਉਹ ਜਦੋਂ ਜੁੜਦੇ ਜਾਣਗੇ ਤਾਂ ਕੀ ਬਣੇਗਾ, ਸਾਰਾ ਟੋਟਲ ਕਰਵਡ ਸਰਫੇਸ ਏਰੀਆ। ਸਿਲੰਡਰ ਦਾ ਜਿਹੜਾ ਕਰਵਡ ਸਰਫੇਸ ਏਰੀਆ ਹੁੰਦਾ ਬੇਟੇ ਉਹ ਹੁੰਦਾ 2πr ਤੇ ਨਾਲ ਕੋਣ n। ਇਸ ਦੇ ਟੁਕੇ ਹੁਣ ਜੇਕਰ ਇਹ 2πrl ਆ ਗਿਆ, ਇਹ ਮਤਲਬ ਬੇਟੇ ਆਪਣਾ ਅੱਧਾ ਪੋਰਸ਼ਨ ਹੋ ਗਿਆ ਕਿ ਅਸੀਂ ਫਲਕਸ ਕੱਢ ਲਈ। ਫਲਕਸ ਕਹਿੰਦੀ ਕਿ ਮੈਂ ਹੈਗੀ E × 2πrl। ਇਹ ਸਾਰਾ ਪ੍ਰੋਸੈਸ ਆਪਣਾ ਕਿਹੜਾ ਆਇਆ, ਬਾਈ ਡੈਫੀਨੇਸ਼ਨ ਵਾਲਾ। ਹੁਣ ਕੀ ਕਰੋਗੇ ਇਸ ਤੋਂ ਬਾਅਦ, ਇੱਕ ਪਾਰਟ ਹੋ ਗਿਆ ਬੇਟੇ, ਇਹਨੂੰ ਨੰਬਰ ਤੁਸੀਂ ਸਟਾਰ ਪਾਓ, ਠੀਕ ਹੈ। ਐਂਡ ਜਿਹੜਾ ਦੂਜਾ ਪਾਰਟ ਹੈ ਉਹ ਆਪਾਂ ਕਰਾਂਗੇ, ਉਹ ਕੀ ਹੈ, ਬਾਈ ਗੌਸ ਲਾਅ। ਗੌਸ ਕੀ ਸਮਝਾਉਂਦਾ ਸਾਨੂੰ ਵੀ ਜਿਹੜੀ ਫਲਕਸ ਹੈ ਉਹ ਬਰਾਬਰ ਹੁੰਦੀ ਜਿੰਨਾ ਚਾਰਜ ਅੰਦਰ ਹੈ। ਹੁਣ ਨਜ਼ਾਰਾ ਹੈ, ਬਸ ਕਲਾਈਮੈਕਸ ਆ ਗਿਆ ਮੂਵੀ ਦਾ, ਸਮਝ ਲਓ। ਮੈਂ ਆਨਸਰ ਦੇ ਲਈ ਇੰਨਾ ਖੁਸ਼ ਨਹੀਂ ਹੈਗਾ, ਜੋ ਆਨਸਰ ਦੱਸ ਰਿਹਾ ਉਹਦੇ ਲਈ ਜ਼ਿਆਦਾ ਖੁਸ਼ ਹਾਂ, ਠੀਕ ਹੈ। ਤਾਂ ਡਿਵਾਈਡਡ ਬਾਈ ਐਪਸਾਈਲਨ ਨੋਟ। ਕਿਉਂ ਕਹਿੰਦਾ ਕਿ ਮੇਰੀ ਤੇ ਅੱਗੇ ਵੈਲਿਊ ਭਰ ਦਿਓ, ਅਸੀਂ ਕਹਿੰਦੇ ਲਓ ਜੀ ਭਰ ਦਿੰਦੇ ਹਾਂ। ਕਿੰਨੀ ਹੈ ਜੀ, ਲੈਮਡਾ ਟਾਈਮਸ L ਡਿਵਾਈਡਡ ਬਾਈ ਐਪਸਾਈਲਨ ਨੋਟ। ਕਿੱਥੋਂ ਇਹਦਾ ਨੰਬਰ ਡਬਲ ਸਟਾਰ ਪਾ ਦਿਓ। ਐਂਡ ਕਿਹਨੂੰ ਯੂਜ਼ ਕੀਤਾ ਤੁਸੀਂ, ਯੂਜ਼ਿੰਗ 1, ਠੀਕ ਹੈ। ਸੋ ਹੁਣ ਸਟਾਰ ਤੇ ਡਬਲ ਸਟਾਰ ਨੂੰ ਇਕੁਏਟ ਕਰ ਦਿਓ, ਫਰੋਮ ਸਟਾਰ ਐਂਡ ਡਬਲ ਸਟਾਰ। ਸਾਨੂੰ ਕੀ ਪਤਾ ਲੱਗਦਾ ਪਿਆ ਬੇਟੇ ਕਿ ਇਹਨਾਂ ਦੀ ਲੈਫਟ ਹੈਂਡ ਸਾਈਡ ਬਰਾਬਰ ਹੈ, ਫਿਰ ਰਾਈਟ ਹੈਂਡ ਸਾਈਡ ਵੀ ਬਰਾਬਰ ਹੋਏਗੀ। ਇਹਦਾ ਮਤਲਬ E × 2πrl ਇਜ਼ ਇਕੁਅਲ ਟੂ ਕਿੰਨਾ ਆ ਗਿਆ, ਲੈਮਡਾ L ਡਿਵਾਈਡਡ ਬਾਈ ਐਪਸਾਈਲਨ ਨੋਟ। ਕੀ ਕੈਂਸਲ ਹੋ ਗਿਆ ਪੁੱਤ, ਕੀ ਕੈਂਸਲ ਹੋ ਗਿਆ, ਦੋਨਾਂ ਸਾਈਡਾਂ ਤੋਂ L ਉੱਡ ਗਿਆ। ਜੇ ਦੋਹਾਂ ਸਾਈਡਾਂ ਤੋਂ L ਉੱਡ ਗਿਆ, ਇੱਕ ਆਮ ਬੱਚਾ ਨਾ ਸਿਰਫ ਐ ਕਰੇਗਾ, ਲੋ ਜੀ ਕੱਟਿਆ ਗਿਆ।
ਇੱਕ ਵਧੀਆ ਬੱਚਾ ਇਹਨੂੰ ਕੁਐਸਚਨ ਕਰੇਗਾ ਵੀ ਐਲ ਕੱਟੇ ਜਾਣ ਦਾ ਮਤਲਬ ਕੀ ਹੈ। ਐਲ ਕੀ ਚੀਜ਼ ਸੀ ਭਲਾ ਯਾਦ ਹੈ? ਐਲ ਕੀ ਹੈ ਭਲਾ ਆਪਣਾ? ਐਲ ਅਸੀਂ ਇੱਕ ਮੰਨੀ ਹੋਈ ਲੈਂਥ ਹੈ। ਜਦੋਂ ਅਸੀਂ ਗੋਸ਼ੀਅਨ ਸਰਫੇਸ ਮੰਨਿਆ ਤਾਂ ਉਸ ਗੋਸ਼ੀਅਨ ਸਰਫੇਸ ਦੀ ਲੈਂਥ ਦਾ ਨਾਮ ਅਸੀਂ ਮੰਨ ਲਿਆ ਸੀ ਕਿ ਐਲ ਹੈ। ਸਾਡਾ ਆਨਸਰ ਸਾਨੂੰ ਇਹ ਸੁਜੈਸਟ ਕਰ ਰਿਹਾ ਹੈ ਕਿ ਭਾਈ ਸਾਹਿਬ ਤੁਸੀਂ ਗੋਸ਼ੀਅਨ ਸਰਫੇਸ ਭਾਵੇਂ ਏਡਾ ਲਿਆ ਹੁੰਦਾ, ਭਾਵੇਂ ਏਡਾ ਲਿਆ ਹੁੰਦਾ, ਭਾਵੇਂ ਏਡਾ ਲਿਆ ਹੁੰਦਾ, ਭਾਵੇਂ ਏਡਾ ਲਿਆ ਹੁੰਦਾ, ਅਲਟੀਮੇਟਲੀ ਤੁਹਾਡੀਆਂ ਕੈਲਕੂਲੇਸ਼ਨਾਂ ਦੇ ਵਿੱਚ ਐਲ ਨੇ ਆਉਣਾ ਹੀ ਨਹੀਂ ਸੀਗਾ। ਇਹਦਾ ਮਤਲਬ ਇਹ ਹੋ ਗਿਆ ਕਿ ਗੋਸ਼ੀਅਨ ਸਰਫੇਸ ਦੀ ਲੈਂਥ ਮੈਟਰ ਹੀ ਨਹੀਂ ਕਰਦੀ। ਤੇ ਜੇ ਗੋਸ਼ੀਅਨ ਸਰਫੇਸ ਦੀ ਲੈਂਥ ਮੈਟਰ ਨਹੀਂ ਕਰਦੀ, ਤੁਸੀਂ ਇਮੇਜਿਨ ਕਰੋ ਕਿ ਜੇ ਮੈਨੂੰ ਐਕਸਟੈਂਡ ਕਰੀ ਚੱਲਾਂ ਕੋਈ ਫਰਕ ਨਹੀਂ ਪੈਣਾ, ਹਰ ਵਾਰੀ ਆਨਸਰ ਕੀ ਹੋਣਾ? ਸੇਮ। ਇਹਦਾ ਮਤਲਬ ਜਿਹੜਾ ਸਾਡੇ ਕੋਲ ਇਹ ਵਾਲਾ ਆਨਸਰ ਆਇਆ ਈ ਦਾ ਕਿੰਨਾ ਆਨਸਰ ਆਇਆ ਇੱਥੋਂ? ਉਹ ਆ ਗਿਆ ਲੈਮਡਾ ਡਿਵਾਈਡਡ ਬਾਈ ਕੌਣ? 2 ਪਾਈ ਆਰ ਤੇ ਇੱਕ ਐਪਸਿਲਨ ਨੋਟ ਹੈ, 2 ਪਾਈ ਐਪਸਿਲਨ ਨੋਟ ਆਰ ਆ ਗਿਆ। ਇਹ ਜਿਹੜਾ ਆਨਸਰ ਆਇਆ ਹੈ ਇਹ ਸਾਡੇ ਕੋਲ ਪੂਰੇ ਇਨਫਾਈਨਾਈਟ ਜਿਹੜੀ ਉਹ ਥ੍ਰੈਡ ਹੈ ਜਾਂ ਲਾਈਨ ਚਾਰਜ ਹੁੰਦਾ ਆ ਗਿਆ। ਸਮਝ ਆ ਗਈ ਬੇਟੇ? ਗੋਸ਼ੀਅਨ ਸਰਫੇਸ ਦੀ ਲੈਂਥ ਆਨਸਰ ਚਾਹੀਏ ਨਹੀਂ। ਸੋ ਜਿਹੜੀ ਚੀਜ਼ ਅਸੀਂ ਮੰਨੀ ਸੀ ਉਹ ਸਾਡੀ ਹੈਲਪ ਕਰ ਗਈ, ਇਹ ਸਾਡੀ ਹੈਲਪ ਤਾਂ ਕਰ ਗਿਆ, ਬਟ ਇਹ ਆਨਸਰ ਦੇ ਵਿੱਚ ਨਹੀਂ ਆਇਆ। ਸੋ ਇੰਡੀਪੈਂਡੈਂਟ ਆਫ ਦੀ ਸਾਈਜ਼ ਆਫ ਗੋਸ਼ੀਅਨ ਸਰਫੇਸ ਈ ਇਜ਼ ਆਲਵੇਜ਼ ਦਿਸ। ਇਹ ਕਿਹਦੇ ਤੇ ਡਿਪੈਂਡ ਕਰਦਾ ਹੈ? ਨੰਬਰ 1 ਤੇ ਲੈਮਡਾ ਤੇ। ਲੈਮਡਾ ਹੁਣ ਸੋਚੋ ਆਪਣੇ ਵੀ, ਜੇ ਚਾਰਜ ਇੱਥੇ ਜ਼ਿਆਦਾ ਡੈਂਸ ਹੁੰਦਾ ਤਾਂ ਈ ਜ਼ਿਆਦਾ ਹੁੰਦਾ, ਵੈਰੀ ਓਬਵੀਅਸ। ਅਗਲਾ ਕੀ ਹੈ? ਈ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਆਰ। ਹੁਣ ਦੇਖੋ ਜੇ ਮੈਂ ਇਹਦੇ ਤੋਂ ਦੂਰ ਜਾਵਾਂਗਾ ਇਹਦਾ ਮਤਲਬ ਉਵੇਂ ਉਵੇਂ ਈ ਤੇ ਆਰ ਚ, ਕਿਉਂਕਿ ਇਨਵਰਸਲੀ ਪ੍ਰੋਪੋਰਸ਼ਨਲ ਦਾ ਰਿਲੇਸ਼ਨ ਹੈ। ਸੋ ਇਹਦਾ ਮਤਲਬ ਪੱਕੀ ਗੱਲ ਹੈ ਕਿ ਜਿਵੇਂ ਜਿਵੇਂ ਆਰ ਵਧੇਗਾ ਈ ਨੇ ਕੀ ਕਰਦੇ ਜਾਣਾ? ਘਟਦੇ ਜਾਣਾ। ਜੇ ਤੁਸੀਂ ਮੈਨੂੰ ਗ੍ਰਾਫ ਪੁੱਛੋ ਆ ਆਰ ਆ ਈ, ਇਹ ਸਾਰੇ ਗ੍ਰਾਫ ਲਗਭਗ ਇੱਕੋ ਜਿਹੇ ਜਿਹੇ ਹੁੰਦੇ ਨੇ, ਆ ਸ਼ੇਪ ਬਣ ਜਾਣੀ। ਠੀਕ ਹੈ। ਸੋ ਇਹ ਬੇਟੇ ਆਪਣਾ ਕੁਐਸਚਨ ਹੋਇਆ ਇਨਫਾਈਨਾਈਟ ਲਾਈਨ ਚਾਰਜ ਦਾ। ਅੱਗੇ ਚੱਲਦੇ ਹਾਂ, ਅਗਲਾ ਟੌਪਿਕ ਹੈਗਾ ਇਨਫਾਈਨਾਈਟ ਥਿਨ ਸ਼ੀਟ ਦੇ ਕਰਕੇ ਆਪਾਂ ਫੀਲਡ ਕੱਢਣਾ ਹੈ। ਸੋ ਲਾਸਟ ਟੌਪਿਕ ਅਗਲਾ, ਧਿਆਨ ਨਾਲ ਬਸ ਕਾਪੀ ਪੈਨ ਤੇ ਲਿਖੀ ਚੱਲਿਓ ਬੇਟੇ। ਸਭ ਤੋਂ ਇੰਪੋਰਟੈਂਟ ਪ੍ਰੈਕਟਿਸ ਹੈ। ਸ਼ੁਰੂ ਕਰਦੇ ਹਾਂ ਬੇਟੇ। ਸੋ ਟੌਪਿਕ ਇਨਫਾਈਨਾਈਟ ਸ਼ੀਟ ਜਿਹੜੀ ਹੈ ਯੂਨੀਫਾਰਮ ਲੈਣੀ ਆਪਾਂ, ਉਹਦੇ ਕਰਕੇ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਰਨੀ ਐਟ ਐਨੀ ਪੁਆਇੰਟ। ਸੇ ਵੰਡਰਫੁਲ ਟੌਪਿਕ। ਡੈਮੋਨਸਟ੍ਰੇਸ਼ਨ ਨਾਲ ਆਪਾਂ ਇਸ ਟੌਪਿਕ ਦਾ ਐਂਡ ਕਰਾਂਗੇ, ਪਰ ਉਸ ਤੋਂ ਪਹਿਲਾਂ ਡੈਮੋਨਸਟ੍ਰੇਸ਼ਨ ਸਾਨੂੰ ਤਾਂ ਵਧੀਆ ਲੱਗੇ ਕਿ ਜੇ ਸਾਨੂੰ ਪਹਿਲੇ ਨੰਬਰ ਤੇ ਇਹਦੀ ਸਾਰੀ ਕਹਾਣੀ ਸਮਝ ਆਉਂਦੀ ਹੈ। ਤਾਂ ਗਿਵਨ ਕੀ ਬੇਟਾ? ਇੱਕ ਇਨਫਾਈਨਾਈਟ ਸ਼ੀਟ ਹੈ। ਹੁਣ ਇਨਫਾਈਨਾਈਟ ਕਿਵੇਂ ਹੁੰਦੀ ਤੁਹਾਨੂੰ ਪਤਾ ਹੀ ਹੈ ਕਿ ਇਨਫਾਈਨਾਈਟ ਦਾ ਮਤਲਬ ਕਿ ਹੁਣੇ ਦੱਸ ਕੇ ਹਟੇ ਹਾਂ। ਕਿਵੇਂ ਕਹੋਗੇ ਇਨਫਾਈਨਾਈਟ ਹੈ? ਐਕਚੁਅਲੀ ਕਿਸੇ ਵੀ ਸ਼ੀਟ ਨੂੰ ਅਸੀਂ ਇਨਫਾਈਨਾਈਟ ਕਹਿ ਸਕਦੇ ਹਾਂ ਜਦੋਂ ਆਪਾਂ ਉਹਦੇ ਬਿਲਕੁਲ ਨੇੜੇ ਨੇੜੇ ਫੀਲਡ ਚੈੱਕ ਕਰ ਰਹੇ ਹਾਂ। ਸੋ ਆ ਮੇਰੇ ਕੋਲ ਇਨਫਾਈਨਾਈਟ ਸ਼ੀਟ ਹੈ ਬੇਟੇ। ਜਿਹੜੀ ਇਹ ਇਨਫਾਈਨਾਈਟ ਸ਼ੀਟ ਹੈ, ਮੰਨ ਲਓ ਕਿ ਮੈਂ ਇਹਦੇ ਤੇ ਮੰਨ ਲਿਆ ਕਿ ਸਾਰੇ ਦੇ ਉੱਤੇ ਪੋਜ਼ਿਟਿਵ ਚਾਰਜ ਫੈਲਿਆ ਹੋਇਆ ਹੈ। ਜਦੋਂ ਚਾਰਜ ਡਿਸਟ੍ਰੀਬਿਊਸ਼ਨ ਕਿਸੇ ਸਰਫੇਸ ਤੇ ਹੋਵੇ ਫਿਰ ਆਪਾਂ ਕਿੰਨੀ ਇਨਵੋਲਵਮੈਂਟ ਲੈ ਕੇ ਆਉਂਦੇ ਹੁੰਦੇ ਪਹਿਲਾਂ? ਸਿਗਮਾ ਦੀ। ਸੋ ਮੈਂ ਮੰਨ ਲੈਣਾ ਕਿ ਇਹਦੀ ਜਿਹੜੀ ਸਰਫੇਸ ਚਾਰਜ ਡੈਂਸਿਟੀ ਹੈ ਨਾ ਉਹ ਕਿੰਨੀ ਬੇਟੇ? ਸਿਗਮਾ। ਸਿਗਮਾ ਦੇ ਯੂਨਿਟ ਯਾਦ ਨੇ ਕੀ ਹੁੰਦੇ ਨੇ? ਹਾਂ, ਪ੍ਰੈਕਟਿਸ ਕਰਦੇ ਰਿਹਾ ਕਰੋ। ਕੀ ਯੂਨਿਟ ਹੁੰਦੇ ਦੱਸੋ ਮੈਨੂੰ ਜਲਦੀ, ਮੇਰੇ ਸੁਨੇ ਬਿਨਾ ਦੱਸੋ। ਇਹਦੇ ਜਿਹੜੇ ਯੂਨਿਟ ਹੋਣਗੇ ਉਹ ਹੋਣਗੇ ਕੂਲਮ ਮੀਟਰ ਸਕੁਆਇਰ। ਠੀਕ ਹੈ, ਕਿਉਂ? ਕਿਉਂਕਿ ਇਹਦਾ ਫਾਰਮੂਲਾ ਹੁੰਦਾ ਚਾਰਜ ਡਿਵਾਈਡਡ ਬਾਈ ਏਰੀਆ। ਹੁਣ ਆਪਣੇ ਕੋਲ ਇਨਫਾਈਨਾਈਟ ਸ਼ੀਟ ਹੈ, ਤੁਸੀਂ ਇਹਨੂੰ ਇਮੇਜਿਨ ਕਰੋਗੇ ਇਹ ਇਦਾਂ ਪਈ ਹੈ ਬੇਟਾ। ਇਹਦੇ ਸੈਂਟਰ ਤੋਂ ਆ ਇੱਥੇ ਕੋਈ ਡਿਸਟੈਂਸ ਤੇ ਆਰ ਡਿਸਟੈਂਸ ਦੂਰ ਇੱਕ ਪੀ ਪੁਆਇੰਟ ਹੈ ਜਿੱਥੇ ਆਪਾਂ ਫੀਲਡ ਇੰਟੈਂਸਿਟੀ ਕਰਨੀ ਹੈ। ਠੀਕ ਹੈ। ਹੁਣ ਜਦੋਂ ਇਹਦੇ ਸੈਂਟਰ ਤੋਂ ਇਹਨੂੰ ਤੁਸੀਂ ਐਂ ਇਮੇਜਿਨ ਕਰਨਾ ਹੈ ਕਿ ਇੱਧਰ ਹੈ। ਓਕੇ, ਜਦੋਂ ਤੁਸੀਂ ਇਹਨੂੰ ਇਦਾਂ ਇਮੇਜਿਨ ਕਰੋਗੇ, ਜਿਵੇਂ ਮੈਂ ਆ ਲੈਣਾ ਆ ਸ਼ੀਟ ਹੈ ਆਪਣੇ ਕੋਲ। ਠੀਕ ਹੈ, ਜੇ ਇਦਾਂ ਨਹੀਂ ਹੈ ਤਾਂ ਇਹਦੇ ਇੱਥੇ ਆਪਣੇ ਕੋਲ ਪੁਆਇੰਟ ਪੀ ਹੈ ਜਿੱਥੇ ਆਪਾਂ ਫੀਲਡ ਇੰਟੈਂਸਿਟੀ ਕਰਨਾ ਚਾਹੁੰਦੇ ਹਾਂ। ਓਕੇ, ਕਲੀਅਰ ਹੋ ਗਈ ਗੱਲ? ਜੇਕਰ ਆਪਾਂ ਇੱਥੇ ਫੀਲਡ ਇੰਟੈਂਸਿਟੀ ਕਰਨਾ ਚਾਹੁੰਦੇ ਹਾਂ ਤੇ ਆਪਾਂ ਕੀ ਕਰਨਾ ਹੈ? ਕੁਆਇਟ ਓਬਵੀਅਸ ਹੈ ਕਿ ਜਿੱਥੇ ਕੱਢਣੀ ਹੁੰਦੀ ਹੈ ਆਪਾਂ ਇੱਕ ਰਾਉਂਡ ਗੋਸ਼ੀਅਨ ਸਰਫੇਸ ਲੈਂਦੇ ਹਾਂ ਸਿਮੈਟ੍ਰੀਕਲੀ। ਹੁਣ ਇੱਕ ਇਨਫਾਈਨਾਈਟ ਸ਼ੀਟ ਨੂੰ ਫਿਰ ਆਪਾਂ ਕਿਸੇ ਕਲੋਜ਼ਡ ਸਰਫੇਸ 'ਚ ਨਹੀਂ ਬੰਦ ਕਰ ਸਕਦੇ। ਜਿਵੇਂ ਪਿਛਲੇ ਟੌਪਿਕ 'ਚ ਕੀਤਾ ਇਹਦੇ 'ਚ ਵੀ ਉਵੇਂ ਕਰਾਂਗੇ। ਆਪਾਂ ਇੱਕ ਇਹਦਾ ਫਾਈਨਾਈਟ ਪੋਰਸ਼ਨ ਲਾਂਗੇ। ਹੁਣ ਉੱਥੇ ਤੁਸੀਂ ਕੀ ਕੀਤਾ ਸੀਗਾ ਕਿ ਇੱਕ ਲੈਂਥ ਦਾ ਫਾਈਨਾਈਟ ਪੋਰਸ਼ਨ ਇੱਕ ਲੈਂਥ ਹੁੰਦੀ ਹੈ। ਇਹ ਸ਼ੀਟ, ਇੱਕ ਸ਼ੀਟ ਦਾ ਫਾਈਨਾਈਟ ਪੋਰਸ਼ਨ ਕੀ ਹੋਊਗਾ? ਕੋਈ ਏਰੀਆ ਲੈਣਾ ਪਊਗਾ ਆਪਾਂ ਨੂੰ। ਐਂਡ ਮੈਂ ਇੱਕ ਕਿਵੇਂ ਦਾ ਏਰੀਆ ਇਮੇਜਿਨ ਕਰਦਾ? ਮੈਂ ਕਹਿੰਦਾ ਭਾਈ ਦੇਖ ਯਾਰ ਤੇਰਾ ਪੂਰਾ ਪੋਰਸ਼ਨ ਤਾਂ ਲੈ ਸਕਦੇ, ਤੇਰੇ ਆ ਲੈ ਸਕਦੇ ਇਹਦਾ ਮਤਲਬ ਜਿਹੜਾ ਪੀ ਤੋਂ ਆ ਉਹ ਸੈਂਟਰ ਆਇਆ, ਇਹਦੇ ਅਰਾਊਂਡ ਸਿਮੈਟ੍ਰੀਕਲੀ ਇੱਕ ਮੈਂ ਏਰੀਆ ਏ ਲੈਣਾ। ਹੁਣ ਇਸ ਦੇ ਉੱਤੇ ਜਿਹੜਾ ਚਾਰਜ ਹੈ ਉਹ ਵੀ ਫਾਈਨਾਈਟ ਹੈ ਬੇਟਾ। ਕਿਉਂ? ਇਹਦਾ ਮਤਲਬ ਪੱਕੀ ਗੱਲ ਹੈ ਕਿ ਜਿਹੜਾ ਮੇਰਾ ਸਿਗਮਾ ਉਹ ਕਿੰਨੇ ਬਰਾਬਰ ਹੋ ਗਿਆ? Q ਡਿਵਾਈਡਡ ਬਾਈ A ਇਨ ਨੰਬਰ 1। ਜਾਂ ਇਹਨੂੰ ਨਾ 1 ਪਾ ਕੇ ਜਿਵੇਂ ਪਿੱਛੇ ਕੀਤਾ ਸੀ, ਇੱਥੋਂ Q ਕਿੰਨੇ ਬਰਾਬਰ ਆ ਗਿਆ? ਸਿਗਮਾ ਟਾਈਮਸ A ਇਨ ਨੰਬਰ 1 ਪਾ ਦੋ, ਨੋ ਪ੍ਰੋਬਲਮ। ਇੱਥੋਂ ਤੱਕ ਕਲੀਅਰ ਸਾਰਿਆਂ ਨੂੰ ਗੱਲ? ਹੁਣ ਸਾਨੂੰ ਪਤਾ ਹੈ ਕਿ ਜੇ ਮੈਂ ਇੱਥੇ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖਾਂ
ਇਹ ਕਿੱਧਰ ਨੂੰ ਜਾਏਗਾ ਜੇ ਸ਼ੀਟ ਇਨਫਾਈਨਾਈਟ ਹੋਵੇ। ਜੇ ਸ਼ੀਟ ਇਨਫਾਈਨਾਈਟ ਹੋਵੇ ਤੇ ਜੇ ਮੈਂ ਇਹਦੇ ਤੋਂ ਬਿਲਕੁਲ ਨੇੜੇ, ਇਹ ਤੁਹਾਨੂੰ ਸਮਝ ਨਾ ਨੇੜੇ ਲੈਣਾ ਪਊਗਾ। ਜੇ ਆਪਾਂ ਨੇੜੇ ਪੁਆਇੰਟ ਲਈਏ ਤਾਂ ਇੱਥੇ ਰੱਖਾਂਗੇ ਤਾਂ ਇਹ ਸਾਰੇ ਜਣੇ ਨੂੰ ਕੀ ਕਰਕੇ ਰਿਪੈਲ ਸਾਰੇ ਪਾਸੋਂ ਇਨਫਾਈਨਾਈਟ ਹੈ, ਕਿਉਂਕਿ ਸਾਰੇ ਪਾਸੋਂ ਇਨਫਾਈਨਾਈਟ ਹੈ, ਇਹਦਾ ਮਤਲਬ ਇਹ ਕਿੱਧਰ ਨੂੰ ਜਾਏਗਾ, ਇਹ ਐਨ ਨੂੰ ਜਾਏਗਾ। ਗੈਟਿੰਗ ਇਟ অর ਨਾਟ? ਇਹਦਾ ਮਤਲਬ ਇਹ ਕਿ ਜਿਹੜਾ ਸਾਡਾ ਫੀਲਡ ਹੈ ਫਰੋਮ ਸਿਮੈਟਰੀ ਅਸੀਂ ਇਹ ਸਮਝਦੇ ਹਾਂ ਜਿਹੜੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਨਾ ਇਸ along मैं बेटे का नाम रख लेना OP and it extends, अगली गल ध्यान सुनियो, on both sides of the sheet। ये समझ लो क्यों? क्योंकि शीट साडी थिन है, फील्ड कदा इधर नहीं हैगा, जे यही P पॉइंट ए शीट दे इधरले पासे हुंदा, ये दोनों पासों इधर रिपेल हुंदा यूनिट पॉजिटिव टेस्ट चार्ज। तो आपां की करदे हां, आपां इनदे अराउंड एक गॉसियन सरफेस लेना। हुण जे मैं तुहानूं कहूं बेटा इस बाकी ਨੂੰ ਭੁੱਲ ਕੇ ਇਹਦੇ ਅਰਾਊਂਡ ਇੱਕ ਗੌਸਿਅਨ ਸਰਫੇਸ ਲਓ ਤਾਂ ਕਿਵੇਂ ਦਾ ਲੋਗੇ? ਮੈਨੂੰ ਲੱਗਦਾ ਕਿ ਇਹਨੂੰ ਬੰਦ ਕਰਨ ਵਾਸਤੇ ਆਪਾਂ ਨੂੰ ਇੱਕ ਆ ਸਰਫੇਸ ਬਣਾ ਲੈਣਾ ਚਾਹੀਦਾ ਸਿਮੈਟ੍ਰਿਕਲੀ, ਕਿਉਂਕਿ ਆਪਾਂ ਕਲੋਜ਼ ਸਰਫੇਸ ਸਿਮੈਟ੍ਰਿਕ ਲੈਣਾ ਹੁੰਦਾ ਹੈ। ਤਾਂ ਜਿਵੇਂ ਦਾ ਇੱਧਰ ਲਿਆ ਐਵੇਂ ਦੇ ਇਹਦੇ ਬੈਕ ਇਧਰੋਂ ਮੋਰਾ ਕੱਢ ਕੇ ਦੂਜੇ ਪਾਸੇ ਲਿਆਓ। ਹੁਣ ਜਦੋਂ ਅਸੀਂ ਐਗਜ਼ਾਮ 'ਚ ਇਹਨਾਂ ਚੀਜ਼ਾਂ ਨੂੰ ਚੈੱਕ ਕਰਦੇ ਹਾਂ, ਬੱਚੇ ਪਤਾ ਕੀ ਕਰਦੇ ਨੇ, 3 ਡਾਈਮੈਂਸ਼ਨਲੀ ਸੋਚਦੇ ਹੀ ਨਹੀਂ। ਹੁਣ ਜੇ ਮੈਂ ਇਹਦੇ 'ਚੋਂ ਮੋਰਾ ਕਰਾਂ ਬੇਟੇ ਇਦਾਂ, ਤਾਂ ਜਦੋਂ ਇਹਦੇ 'ਚ ਮੋਰਾ ਕਰਾਂਗਾ ਇੱਥੋਂ ਕਰਿਆ, ਆਹ ਪੋਰਸ਼ਨ ਥੋੜੀ ਤੁਸੀਂ ਇੱਥੇ ਥੋੜੀ ਬਣਾਓਗੇ ਸਿਲੰਡਰ ਇੱਥੇ ਬਣਾਓਗੇ ਬਾਕੀ, ਤਾਂ ਕਿ ਬੈਕ ਤੋਂ ਆ ਰਿਹਾ ਲੱਗੇ। ਤੇ ਤੁਸੀਂ ਇਦਾਂ ਬਣਾਉਣਾ ਹੈ ਸਿਮੈਟਰੀ ਫੋਲੋ ਕਰਨ ਵਾਸਤੇ ਕਿ ਜੀ ਆਰ ਇੱਧਰ ਆਰ ਹੀ ਆ ਹੈ ਬੇਟੇ, ਇੱਥੋਂ ਲੈ ਕੇ ਇੱਥੋਂ ਤੱਕ ਤੇ ਇੱਥੇ ਲਿਆ ਕੇ ਇਸ ਸਿਲੰਡਰ ਕੁਆਇਟ ਆਬਵੀਅਸ ਹੈ, ਕਿਉਂਕਿ ਸਿਲੰਡਰ ਸਾਰਾ ਯੂਨੀਫਾਰਮ ਹੈ। ਜਹਾ ਏਰੀਆ ਹੈ ਤਾਂ ਆ ਵੀ ਏਰੀਆ ਏ ਹੈ ਤੇ ਆ ਵੀ ਏਰੀਆ ਜਿੰਨਾ ਏ ਹੈ, ਠੀਕ ਹੈ। ਤਾਂ ਆਪਾਂ ਕੀ ਕਹਿੰਦੇ, ਵੀ ਕੰਸੀਡਰ a cylindrical Gaussian surface मैं ਤੁਹਾਨੂੰ ਫਿਰ ਕਹਿਣਾ ਕਿ ਤੁਹਾਨੂੰ ਸਵਾਦ ਤਾਂ ਆਉਣਾ ਸਾਰੇ ਚੀਜ਼ ਦਾ ਜੇ ਤੁਸੀਂ ਇਸ ਪ੍ਰੋਸੈਸ ਨੂੰ ਵਧੀਆ ਸਮਝੋ। ਸਿਲੰਡਰੀਕਲ ਗੌਸਿਅਨ ਸਰਫੇਸ ਅਰਾਊਂਡ A, ਯਾਨੀ ਕਿ ਜਿਹੜਾ ਏਰੀਆ A ਹੈ ਉਹਦੀ ਗੱਲ ਕਰ ਰਹੇ ਹਾਂ ਐਜ਼ ਸ਼ੋਨ। ਠੀਕ ਹੈ, ਜਦੋਂ ਆਪਾਂ ਇੰਨਾ ਲਿਖਦੇ ਨੇ ਨਾ ਤਾਂ ਆਪਾਂ ਦੱਸਤਾ ਕਿ ਹਾਫ ਉਧਰ ਹੈ ਹਾਫ ਉਧਰ ਹੈ, ਇਹਦੇ ਵਿੱਚ ਮੈਂ ਇਨਕਲੂਡ ਕਰ ਲਈ ਗੱਲ ਹੈ। ਨਾਓ ਇਹ ਸਿਲੰਡਰ ਦੇ ਵਿੱਚੋਂ ਕਿੰਨੀ ਫਲਕਸ ਨਿਕਲੇਗੀ ਉਹਦੀ ਗੱਲ ਕਰਨੀ ਬੇਟਾ ਆਪਾਂ। ਤਾਂ ਫਲਕਸ ਕਿੰਨੀ ਨਿਕਲੇਗੀ ਮੈਨੂੰ ਪਤਾ ਹੈ, ਕਿਸੇ ਵੀ ਸਿਲੰਡਰ 'ਚੋਂ ਫਲਕਸ ਕੱਢਣ ਦੇ ਲਈ ਆਪਾਂ ਆ ਫਾਰਮੂਲਾ ਲਾਵਾਂਗੇ, ਠੀਕ ਹੈ, E ਡਾਟ ds। ਐਂਡ ਆਈ ਬਲੀਵ ਕਿ ਮੈਨੂੰ ਬਾਰ-ਬਾਰ ਇਹ ਗੱਲ ਰਿਪੀਟ ਕਰਨ ਦੀ ਲੋੜ ਨਹੀਂ ਕਿ ਮੈਂ ਕਿਸੇ ਵੀ ਇਦਾਂ ਦੀ ਕਨਫੀਗਰੇਸ਼ਨ ਦੇ ਲਈ ਫੀਲਡ ਕੱਢਣ ਦੇ ਲਈ 2 ਵਾਰੀ ਫਲਕਸ ਕੱਢਦਾ, ਇੱਕ ਵਾਰ ਬਾਈ ਡੈਫੀਨੇਸ਼ਨ, ਦੂਜੀ ਵਾਰੀ ਬਾਈ ਗੌਸ ਲੋ। ਉਹਨਾਂ ਤੋਂ ਆਪਾਂ ਰਿਜ਼ਲਟ ਇੱਕ ਕਾਮਨ ਲੈ ਕੇ ਆਉਣਾ। ਸੋ ਮੈਂ ਇਹਨੂੰ ਬੇਟੇ ਲਿਖਣਾ ਚਾਹੁੰਦਾ ਕਲੋਜ਼ ਨੂੰ। ਕੋ ਭਾਈ ਸਾਹਿਬ ਖੁੱਲ੍ਹ ਕੇ ਤਾਂ ਗੱਲ ਕਰੋ ਵੀ ਤੁਸੀਂ ਕਿਵੇਂ ਕਲੋਜ਼ ਹੋ। ਕਹਿੰਦਾ ਖੁੱਲ੍ਹ ਕੇ ਗੱਲ ਇਦਾਂ ਹੈ ਕਿ ਮੇਰੇ 2 ਸਰਕਲ ਨੇ ਤੇ ਇੱਕ ਮੇਰਾ ਕਰਵਡ ਸਰਫੇਸ ਹੈ। ਅਸੀਂ ਕਿਹਾ ਰਾਈਟ, ਫਿਰ ਇਹਦਾ ਮਤਲਬ ਹੈ ਕਿ ਤੇਰੇ 3 ਸਰਫੇਸ ਨੇ, ਕਿਹੜੇ ਨੇ ਉਹਦੀ ਗੱਲ ਕਰ ਸਾਡੇ ਨਾਲ। ਇਹ ਕਹਿੰਦਾ ਦੇਖੋ 3 ਪਤਾ ਕਿਹੜੇ ਨੇ, ਫਸਟ ਆਹ ਵਾਲਾ, ਸੈਕਿੰਡ ਆਹ ਵਾਲਾ ਤੇ ਥਰਡ ਕਰਵਡ ਹੈ। ਕਰਵਡ ਨੂੰ ਜਿੱਥੇ ਮਰਜ਼ੀ ਸ਼ੋ ਕਰ ਲਓ, ਮੰਨ ਲਓ ਇੱਥੇ ਸਾਰਾ ਕਰਵਡ ਹੈ, ਠੀਕ ਹੈ। ਅਸੀਂ ਕਿਹਾ ਵੀ ਚਲ ਠੀਕ ਹੈ, ਫਿਰ ਤੇਰੇ ਇੱਕ ਇੱਥੇ ਏਰੀਆ ਲੈ ਕੇ ਵੇਖਦੇ ਛੋਟਾ ਜਿਹਾ ds1, ਇੱਕ ਇੱਧਰ ਵੀ ਲੈ ਲੈਂਦੇ ਆ ds2 ਐਂਡ ਇੱਕ ਇੱਧਰ ਲੈ ਲੈਂਦੇ ਬੇਟੇ ds3। ਹੁਣ ਜਿਹੜਾ ਆਪਾਂ ਨੂੰ ਪਤਾ ਹੈ ਕਿ ਜੇ ਆਹ ਸ਼ੀਟ ਹੈ, ਜੇ ਆਪਾਂ ਇੱਥੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖਦੇ ਹਾਂ, ਭਾਈ ਸਾਹਿਬ ਉਧਰ ਜਾਂਦੇ ਜੇ ਇੱਧਰ ਰੱਖਦੇ ਤੇ ਇੱਧਰ ਜਾਂਦਾ ਹੈ। ਇਹਦਾ ਮਤਲਬ ਹੋ ਗਿਆ ਕਿ ਫੀਲਡ ਬੇਟੇ ਐ ਨੂੰ ਹੈ ਸਾਡਾ, ਇੱਧਰ ਨੂੰ ਐ ਨੂੰ ਹੈ, ਉਧਰ ਨੂੰ ਹੈ, ਠੀਕ ਹੈ। ਸੋ ਮੈਂ ਜੇ ਇੱਥੇ ਗੱਲ ਕਰਾਂ ਵੀ E ਡਾਟ ds1, ਫਿਰ ਇੱਥੇ ਕੀ ਆਏਗਾ E ਡਾਟ ds2 ਤੇ ਇੱਥੇ ਕਿੰਨਾ ਹੋਊਗਾ E ਡਾਟ ds3। ਹੁਣ ਮੈਨੂੰ ਇੱਕ ਗੱਲ ਦੱਸੋ, ਬਾਰ-ਬਾਰ ਉਹੀ ਗੱਲ ਕਿ ਮੈਂ ਇੱਥੇ ਕਲੋਜ਼ ਦਾ ਸਾਈਨ ਪਾਵਾਂ, ਤੁਹਾਨੂੰ ਦੱਸਿਆ ਹੋਇਆ ਪਿਛਲੇ ਲੈਕਚਰਾਂ 'ਚ, ਹੈ ਨਾ। ਸੋ ਯੂ ਮਸਟ ਨੋ, ਆਈ ਵੋਂਟ ਬੀ ਐਕਸਪਲੇਨਿੰਗ ਹੇਅਰ ਕਿ ਇੱਥੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਹੁਣ ਗੱਲ ਇਹ ਹੈ ਕਿ ਵੀ ਅਗਲਾ ਸਟੈਪ ਕੀ ਹੁੰਦਾ, ਇਹਨੂੰ ਡੋਟ ਨੂੰ ਖੋਲਣਾ ਬੇਟੇ। ਜਦੋਂ ਤੁਸੀਂ ਇਸ ਸਰਫੇਸ ਤੇ ਡੋਟ ਨੂੰ ਖੋਲੋਗੇ ਤੇ E ਤੇ ds1 'ਚ ਐਂਗਲ ਕਿੰਨੇ ਡਿਗਰੀ 0, ਸੋ EDS1 cos 0 ਆ ਗਿਆ। ਅੱਗੇ ਆ ਜਾਓ EDF2 cos, ਇਹ ਵੀ 0 ਆਏਗਾ ਐਂਡ ਆਪੇ ਸੋਚੋ ਕਿਉਂ ਆਊਗਾ। ਪਰ ਜਿਹੜਾ EDF3 ਹੈ ਇੱਥੇ cos ਕਿੰਨੇ ਡਿਗਰੀ ਆਊਗਾ, ਕੁਆਇਟ ਆਬਵੀਅਸ ਹੈ ਕਿ ਇੱਥੇ 90 ਡਿਗਰੀ ਆਏਗਾ। ਹੁਣ ਇਹਨਾਂ ਮਤਲਬ ਇਹਨਾਂ ਤਿੰਨਾਂ ਚੋਂ ਕੌਣ ਗਿਆ ਇਸ ਵਾਰ ਉਹ ਕੱਲਾ ਜਿਹਾ ਗਿਆ। ਚਲੋ ਸਾਡੇ ਕੋਲ ਬਾਕੀ ਕੀ ਬਚਿਆ ਬੇਟੇ, ਇੱਥੋਂ E ਜਿਹੜਾ ਹੈ ਉਹ ਬਾਹਰ ਆ ਗਿਆ ਤੇ ਅੰਦਰ ਕਿੰਨਾ ਰਹਿ ਗਿਆ ds1, ਇੱਥੋਂ E ਬਾਹਰ ਆ ਗਿਆ, ਅੰਦਰ ਕਿੰਨਾ ਰਹਿ ਗਿਆ ds2। ਕਿਉਂ? ਕਿਉਂਕਿ ਸਾਡਾ ਪਹਿਲਾ ਦਿਮਾਗ ਇਹ ਕਹਿੰਦਾ ਹੈ ਕਿ ਜੇ ਆਪਾਂ r ਡਿਸਟੈਂਸ ਦੂਰ ਇਧਰਲੇ ਪਾਸੇ ਫੀਲਡ ਦੇਖੀਏ ਤੇ ਉਧਰ ਦੇਖੀਏ ਸੇਮ ਹੋਣਾ ਚਾਹੀਦਾ। ਸੋ E ਬਾਹਰ ਆ ਗਿਆ, ਇਸ ਪੂਰੀ ਜਗ੍ਹਾ ਤੇ E ਨੇ ਸੇਮ ਰਹਿਣਾ ਹੈ।
इस पूरी जगह ते पक्का ई ने सेम रहना, बाहर आ गया बेटे। हुण ई इंटू DS1 छोटे छोटे जुड़ते जुड़ते की बनाउण गया सारा एरिया है ना, आ वाला सर्कल। इन एरिया का नाम आपां कितना रखिया होया है, ए। सिमिलरली अगला भी कितना आ गया, EA ते EA कितना हो गया बेटे 2EA। सो मेरी जिहड़ी फ्लक्स है वो सॉल्व करके आ गई 2EA बाय डेफिनेशन। ठीक है, हुण इस तो बाद की करना हुंदा आपां, गॉस लॉ लाना हुंदा, तो गॉस लॉ लओ बाय गॉस लॉ। सानू पता है कि जिहड़ी फ्लक्स है वो बराबर कितनी होंदी, जिन्ना चार्ज इन्हें इनक्लोज किया, इन्हें कितना चार्ज इनक्लोज किया वो पहले लिखा है कितना, Q डिवाइडेड बाय कौन, एप्सिलॉन नॉट। वन कहना कि मैनू यूज करो, ਅਸੀਂ कि Q तो कितने बराबर है, कहना सिग्मा A दे, तो सिग्मा A डिवाइडेड बाय की आ गया एप्सिलॉन नॉट। ये ਤੁਹਾਡਾ ਕੀ ਬਣ ਗਿਆ बेटे, डबल स्टार। ठीक है, फ्रॉम स्टार एंड डबल स्टार ਸਾਡੇ ਕੋਲ ਕੀ आंसर आ गया कि 2EA बराबर कितने आ गया, सिग्मा A डिवाइडेड बाय एप्सिलॉन नॉट। ओके, की खास गल्लां आईयां। नंबर 1 ते मैं तुहानूं ਉਹੀ ਗੱਲ ਕਹਾਂਗਾ, सोचो A ਨੂੰ सिर्फ ਕੱਟਿਓ ना, जिवें पिछले टॉपिक किया, ए नूं कट्टो ना, ए नूं समझो कि ਇਹਦਾ ਕੱਟਣਾ ਕੀ मतलब होया। ए नूं ਕੱਟਣ ਦਾ मतलब यह है कि ਭਾਵੇਂ मैं ਇਹ ਜਿਹੜਾ ਸਰਫੇਸ ਹੈ ਨਿੱਕਾ ਜਿਹਾ ਲੈਂਦਾ, ਭਾਵੇਂ ਵੱਡਾ ਲੈਂਦਾ, ਅਲਟੀਮੇਟਲੀ ए ਦੀ ਇਨਵੋਲਵਮੈਂਟ ਇਸ ਗੱਲ 'ਚ ਹੈ ਹੀ ਨਹੀਂ। यानी कि गॉसियन सरफेस का आ वाला साइज, आ वाला भी किड्डा चौड़ा लेंदे पे, ये मैटर नहीं करता। इन्हें मतलब भावें पूरी पूरी इनफाइनाइट शीट ले लो तो भी आंसर की होना सेम, क्योंकि दोनों साइडों तो बेटा कट्टिया जाना है। पहली गल वधिया हुई। दूजी गल होर ध्यान नाल सोचो, एक बड़ा बड़ा घैंट गल एक होर आ गई कि यार आ आर डिस्टेंस ही नहीं आया तुहाडे आंसर च। ई दा जिहड़ा फॉर्मूला आया वो देखो ध्यान नाल किहदे बराबर आ गया, सिग्मा बाय 2 एप्सिलॉन नॉट। इजंट इट अमेजिंग ना। चलो गॉसियन सरफेस ते नहीं डिपेंड करता है, तो पिछली बारी भी नहीं कीता सी, पर पिछली बारी लाइन चार्ज के केस में जिहड़ा अपना ई आया सी ना, दैट वाज लैम्डा बाय 2 पाई एप्सिलॉन नॉट आर। तो उत्थे आर दी रिवर्सली प्रोपोर्शनल आया सी, लेकिन इस बारी जो आप शीट लई इनफाइनाइट समझते हो ना, जो एक इनफाइनाइट शीट का मतलब है किसी भी शीट के नेड़े नेड़े जे चैक करांगे तो असं कहना कि फील्ड उत्थे की रहना लगभग यूनीफॉर्म, वो डिपेंड ही नहीं करता आर ते। कमाल है। हुण यही चीज़ तो मैं प्रैक्टिकली दिखानी है कि भी वो डिपेंड नहीं करता। सो लगे रहो नाल, सुनते जाओ ध्यान नाल। पहले नंबर पर एक गल ध्यान च रखो कि जिहड़ा टॉपिक आपां हुण कीता ना, तुहाडा अगला सारा चैप्टर इस टॉपिक के उत्ते चलना जे। अगला नहीं, इस तो अगला, सॉरी, अगला आप पोटेंशियल करना है, उस तो अगला कैपेसिटर है। कैपेसिटर दे विच इस टॉपिक ने इनोर्मस नंबर ऑफ टाइम्स यूज होना है। सो तुहानूं बढ़िया तरीके नाल समझ आया होना चाहिए। ठीक है, हुण मैं इहदे लई की करदा, पहला एक स्पैशल केस आपां करदे हां। स्पैशल केस की है कि जेकर साडी शीट जिहड़ी है वाली ये थिक हुंदी, थिन ना होके थिक हुंदी, मोटी हुंदी। ठीक है, मोटी किवें बनावांगे समझो। मान लो कि मैं आह बनाई इदां इदां, ठीक है, समझ लो। तो जदों अपने कोल मोटी शीट हुंदी है इदां, फिर की हुंदा, जे मोटी शीट हुंदी ना, तो जे कंडक्टर वर्गी हुंदी तो चार्ज इधर भी आ जाना सी बेटे, आ वाले सरफेस ते भी है ना, यूनीफॉर्मली डिस्ट्रीब्यूट हो जाना सी। एंड एक गल पक्की गई, जिहड़ी दूजे पासे एक आ वाली साइड, एक उपरली साइड, उहदे ते भी आ जाना सी इदां बैक। आई होप तुसीं समझ पा रहे हो। जब आप मोटी शीट लांगे तो फिर मोटी शीट के इधर भी चार्ज फैलेगा, क्योंकि लाइक चार्जेस की करते रिपेल, तो दोनों पासे आ जाएगा। फिर जो दोनों पासे आ गया, जे हुण आप किसी पॉइंट पे जे फील्ड कढ़ना चाहिए तो कितना आएगा। तुसीं इहनूं इदां लाओ कि एक तरीके नाल ये ना दो शीटां ने, दो पॉजिटिव, ऐ समझ सकते हो। इहनूं मैं ऐ बनाउणा भी एक पॉजिटिव आ गई ते एक पॉजिटिव बेटे आ गई। समझ आ गई भी जिहड़ी मोटाई उहनूं मैं ऐ बनाता। हुण किसी पी पॉइंट ते इहदे करके कितना फील्ड होना सीगा, वो आपां नूं पता है कि जे आपां इहदी शीट का नाम 1 रख लीए, इहदा नाम 2 रख लीए, ये अपना केस चल रहा है बेटे 1, तो इहदे करके जिहड़ा पहली शीट दे करके उत्थे होना सी सिग्मा बाय 2 एप्सिलॉन नॉट। एंड जे सेम मटीरियल है थ्रू आउट, तो फिर सरफेस चार्ज डेंसिटी की रहेगी सेम, तो इहदे करके सिग्मा बाय 2 एप्सिलॉन नॉट ये ओनू की करेगी रिपेल। वो कहना मैं भी कुछ घट नहीं करना, मैं भी इहनूं की करांगा रिपेल। एंड जेकर दोनों ही रिपेल करनगे, हुण आपां याद करो कूलम्स लॉ वाले विच पढ़ चुके कि जे दोनों जने इधर लगणगे तो नैट फील्ड कितना आएगा, नैट फील्ड कितना होगा जो दोनों जने सेम डायरेक्शन च होणगे। तो इन्हां दोवां नूं जोड़ दो, जदों सिग्मा बाय 2 एप्सिलॉन नॉट ते सिग्मा बाय 2 एप्सिलॉन नॉट दो बारी जुड़ेगा तो 2 नाल 2 कट्टिया जाएगा, नैट फील्ड कितना आ गया सिग्मा बाय एप्सिलॉन नॉट, यानी कि डबल हो गया यार, भी दो शीटां ने, दोनों शीटां करके उत्थे डबल हो गया। इज दैट ओके? दिस वाज केस नंबर 1
ਕਿ ਥਿਕ ਸ਼ੀਟ ਦਾ ਫੀਲਡ ਕਿੰਨਾ ਹੁੰਦਾ ਹੈ। ਅਗੇਨ ਉਹ ਡਿਸਟੈਂਸ ਤੇ ਡਿਪੈਂਡ ਨਹੀਂ ਕਰਦਾ ਐਂਡ ਮੈਂ ਆਪਦੇ ਐਕਸਪੈਰੀਮੈਂਟ 'ਚ ਇੱਕ ਥਿਕ ਸ਼ੀਟ ਹੀ ਵਰਤਣ ਵਾਲਾ। ਅਰੇ ਥਿਨ ਵੇਲੇ ਆ ਹੀ ਨਹੀਂ ਸਕਦਾ ਨਾ ਕਿਤੋਂ ਵੀ, ਇੰਨੀ ਥਿਨ ਕਿੱਥੋਂ ਲਿਆਵਾਂਗੇ। ਸੋ ਅਗਲਾ ਕੇਸ ਜਿਹੜਾ ਕੇਸ ਨੰਬਰ 2 ਹੈ ਉਹ ਸੁਣੋ। ਕੇਸ ਨੰਬਰ 2 ਚ ਆਪਣੇ ਕੋਲ ਕੀ ਹੈ ਕਿ ਹੁਣ ਸੀਨ ਆ ਹੈ ਕਿ ਆਪਣੇ ਕੋਲ ਇੱਕ ਪੋਜ਼ਿਟਿਵ ਸ਼ੀਟ ਹੈ, ਇੱਕ ਨੈਗੇਟਿਵ ਸ਼ੀਟ ਹੈ, ਇਦਾਂ ਹੀ, ਲੇਕਿਨ ਇੱਕ ਦੂਜੇ ਤੋਂ ਦੂਰ ਦੂਰ ਬੈਠੀਆਂ ਨੇ। ਇਦਾਂ ਦੂਰ ਮਤਲਬ ਇੰਨੀ ਵੀ ਨਹੀਂ ਦੂਰ, ਲਾਈਕ ਫਾਸਲਾ ਹੈਗਾ। ਆਹ 3 ਪੁਆਇੰਟ ਨੇ ਬੇਟਾ P1 P2 ਤੇ P3। ਠੀਕ ਹੈ, ਇਹਨਾਂ ਤਿੰਨਾਂ ਜਗ੍ਹਾ ਤੇ ਆਪਾਂ ਫੀਲਡ ਦੱਸਣਾ ਹੈ। ਦਿਸ ਇਜ਼ ਕੇਸ ਨੰਬਰ 2 ਐਂਡ ਮੈਂ ਗੱਲ ਕਹਿਣਾ, ਜੇ ਮੈਂ ਕਿਤੇ ਇੰਪੋਰਟੈਂਟ ਪਾਉਣਾ ਹੋਵੇ ਤਾਂ ਮੈਂ ਇੰਨੀ ਵਾਰੀ ਪਾਵਾਂ ਬੇਟੇ, ਬੋਰਡ ਖਤਮ ਹੋ ਜਾਣਾ ਚਾਹੀਦਾ। ਮੈਂ ਇਹਨੂੰ ਪਾਈ ਚੱਲਾਂ ਵੀ ਇਹ ਇੰਨਾ ਇੰਪੋਰਟੈਂਟ ਰਿਜ਼ਲਟ ਹੈ ਸਾਡੇ ਅਗਲੇ ਮਤਲਬ ਕੰਮ ਵਾਸਤੇ ਜਿਹੜਾ ਆਪਾਂ ਪੜ੍ਹਨਾ ਹੈ ਜਾ ਕੇ ਕੈਪੈਸਿਟਰ ਵਿੱਚ, ਕਿ ਇਹ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਸਮਝ ਆਇਆ ਹੋਣਾ ਚਾਹੀਦਾ। ਫਿਰ ਇੰਜੋਏ ਕਰੋਗੇ ਉੱਥੇ ਨਾ, ਫਿਰ ਤੁਹਾਨੂੰ ਗੱਲਾਂ ਜਦੋਂ ਸਮਝ ਆਉਂਦੀਆਂ ਆਪਾਂ ਇੰਜੋਇਮੈਂਟ ਉਦੋਂ ਹੀ ਕਰਦੇ ਹਾਂ। ਜਦੋਂ ਆਪਾਂ ਧਿਆਨ ਨਾਲ ਪੜ੍ਹਦੇ ਨਹੀਂ ਉਦੋਂ ਫਰਸਟ੍ਰੇਸ਼ਨ ਉਦੋਂ ਹੁੰਦੀ ਬੇਟਾ। ਹੁਣ ਇੱਥੇ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖੋ, ਇਹਨੂੰ ਪੁੱਛੋ ਤੂੰ ਕੀ ਕਰੇਗਾ, ਕਹਿੰਦਾ ਯਾਰ ਮੈਂ ਤੈਨੂੰ ਕਰਾਂਗਾ ਰਿਪੈਲ। ਇਹਨੂੰ ਪੁੱਛੋ ਤੂੰ ਕੀ ਕਰੇਗਾ, ਕਹਿੰਦਾ ਮੈਂ ਕਰਾਂਗਾ ਅਟਰੈਕਟ। ਹੁਣ ਜੇ ਸਾਰਾ ਸਿਸਟਮ ਐਕਚੁਅਲੀ ਨੇੜੇ ਨੇੜੇ ਹੈ ਤਾਂ ਸਾਨੂੰ ਪਤਾ ਕਿ ਡਿਸਟੈਂਸ ਤੇ ਡਿਪੈਂਡ ਕਰਦਾ ਨਹੀਂ। ਇਹਦੇ ਕਰਕੇ ਜਿਹੜਾ ਉੱਥੇ ਫੀਲਡ ਹੋਊਗਾ ਕਿੰਨਾ ਹੋਊਗਾ, ਉਹਦਾ ਨਾਮ ਮੈਂ ਰੱਖ ਦੇਣਾ E ਸਿਗਮਾ ਬਾਏ 2 ਐਪਸੀਲਨ ਨੋਟ। ਹੁਣ ਜੇਕਰ ਇਹਨਾਂ ਦੋਨਾਂ ਦੀ ਸਰਫੇਸ ਚਾਰਜ ਡੈਂਸਿਟੀ ਬਰਾਬਰ ਹੈ, ਸੇਮ ਮਟੀਰੀਅਲ ਹੈ, ਤਾਂ ਉਹਦੀ ਵੀ ਜਿਹੜੀ E ਕਿੰਨਾ ਹੋਊਗਾ ਸਿਗਮਾ ਬਾਈ 2 ਐਪਸੀਲਨ ਨੋਟ, ਉਹ ਵੀ ਉਹ ਇਹਨੂੰ ਅਟਰੈਕਟ ਕਰੇਗਾ। ਲੇਕਿਨ ਇੱਥੇ ਨੈਟ ਫੀਲਡ ਕਿਵੇਂ ਕੱਢੋਗੇ, ਨੈਟ ਸਮਝ ਲਓ ਨਾ ਪੁੱਤ। ਜਿਵੇਂ ਇਹਨੂੰ ਇੱਥੇ ਡਾਇਰੈਕਸ਼ਨ ਪਾ ਲਵਾਂ, ਮੰਨ ਲਓ ਕਿ ਮੈਂ ਆਲੀ ਐਕਸ ਐਕਸਿਸ ਕਹਿ ਲਾਂ, ਇਹ ਫਿਰ ਮਾਈਨਸ ਐਕਸ ਐਕਸਿਸ ਹੋਏਗੀ। ਇਹਦੇ ਕਰਕੇ ਇਹ ਮਾਈਨਸ ਆਈ ਕੈਪ ਵੱਲ ਨੂੰ ਹੈ ਐਂਡ ਇਹਦੇ ਕਰਕੇ ਇਹ ਪਲੱਸ ਆਈ ਕੈਪ ਵੱਲ ਨੂੰ ਹੈ। ਐਂਡ ਜੇ ਤੁਸੀਂ ਨਹੀਂ ਪਾਓਗੇ ਤਾਂ ਵੀ ਓਕੇ ਪੁੱਤ, ਇਹ ਕੋਈ ਏਡਾ ਜ਼ਰੂਰੀ ਨਹੀਂਗਾ। ਬਸ ਗੱਲ ਇੰਨੀ ਹੈ ਕਿ ਦੋਨੋਂ ਫੀਲਡ ਸਿਗਮਾ ਬਾਈ 2 ਐਪਸੀਲਨ ਨੋਟ ਨੇ, ਲੇਕਿਨ ਇੱਕ ਦੂਜੇ ਤੋਂ ਕੀ ਨੇ, ਉਲਟੇ। ਤਾਂ ਫਿਰ ਨੈਟ ਫੀਲਡ ਕਿਵੇਂ ਕੱਢੋਗੇ, ਨੈਟ ਜਦੋਂ ਇੱਕੋ ਜਗ੍ਹਾ ਤੇ ਦੋ ਫੀਲਡ ਆਪੋਜ਼ਿਟ ਹੋਣ ਤਾਂ ਨੈਟ ਫੀਲਡ ਕਿਵੇਂ ਕੱਢੋਗੇ, ਦੋਨੋਂ ਨੂੰ ਸਿੰਪਲੀ ਮਾਈਨਸ ਕਰਕੇ। ਪਲੀਜ਼ ਆਪ ਕੁਝ ਵੀ ਨਾ ਦੇਖੋ, ਤੁਸੀਂ ਸਿਰਫ ਇੱਥੇ ਦੇਖੋ ਵੀ ਕੀ ਹੋ ਰਿਹਾ। ਆ ਰਿਪੈਲ, ਉਹ ਅਟਰੈਕਟ, ਤਾਂ ਨੈਟ ਫੀਲਡ ਕਿੰਨਾ ਆਏਗਾ, 0, ਕਿਉਂਕਿ ਜਿੰਨੀ ਅਟਰੈਕਸ਼ਨ ਹੈ ਉਨੀ ਰਿਪਲਸ਼ਨ ਹੈ। ਮੈਂ ਫਿਰ ਕਹਿੰਦਾ ਆ ਨੇੜੇ ਨੇੜੇ ਹੈ ਸਾਰਾ ਕੁਝ, ਇਹ ਸਭ ਕੁਝ ਨੇੜੇ ਨੇੜੇ ਚੈੱਕ ਹੋ ਰਿਹਾ। ਹੁਣ ਇਹ ਆ ਗਿਆ ਐਟ P1 ਹੈ ਨਾ, ਹੁਣ ਐਟ P2 ਚੈੱਕ ਕਰਾਓ ਬੇਟੇ, ਸ਼ਾਬਾਸ਼। ਐਟ P2 ਕੀ ਹੋਊਗਾ, ਜੇ ਇੱਥੇ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖੋ, ਇਹਨੇ ਕੀ ਕਰਨਾ, ਰਿਪੈਲ, ਉਹਨੇ ਕੀ ਕਰਨਾ ਹੈ, ਅਟਰੈਕਟ। ਸੋ ਮੈਂ ਕਹਾਂਗਾ ਫੀਲਡ ਦਾ ਮੈਗਨੀਟਿਊਡ ਤਾਂ ਇਹੀ ਰਹਿਣਾ ਹੈ, E1 ਵੀ ਸਿਗਮਾ ਬਾਈ 2 ਐਪਸੀਲਨ ਨੋਟ, E2 ਵੀ ਸਿਗਮਾ ਬਾਈ 2 ਐਪਸੀਲਨ ਨੋਟ, ਤੇ ਸਾਡਾ E ਕਿਹਦੇ ਬਰਾਬਰ ਆ ਜਾਏਗਾ, ਇਹਨਾਂ ਦੋਨਾਂ ਦਾ ਸਮ। ਜਦੋਂ ਤੁਸੀਂ ਦੋਨਾਂ ਦਾ ਸਮ, ਡਾਇਰੈਕਸ਼ਨ ਸੇਮ ਹੈ ਨਾ, ਜਦੋਂ ਜੋੜੋਗੇ ਤਾਂ ਆਪਾਂ ਹੁਣੇ ਕਰਕੇ ਹਟਿਆ, ਕਿੰਨਾ ਆ ਜਾਏਗਾ, ਸਿਗਮਾ ਬਾਈ ਐਪਸੀਲਨ ਨੋਟ। ਐਟ P3 ਕਿੰਨਾ ਆਏਗਾ, ਸ਼ਾਬਾਸ਼। ਉਰੇ ਉਰੇ ਕੀ ਹੋਊਗਾ, ਇਹ ਅਟਰੈਕਟ ਕਰੇਗਾ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ, ਰਿਪੈਲ ਕਰੇਗਾ, ਤੇ ਇਹਦਾ ਮਤਲਬ P3 ਤੇ ਵੀ E ਕਿੰਨਾ ਆਏਗਾ, 0। ਠੀਕ ਹੈ, ਇਹ ਐਟ P3 ਹੋ ਗਿਆ, ਇਹ ਐਟ P2 ਹੋ ਗਿਆ, ਐਂਡ ਇਹ ਵਾਲਾ ਐਟ P1 ਹੋ ਗਿਆ। ਠੀਕ ਹੈ, ਸੋ ਤੁਸੀਂ ਯਾਦ ਰੱਖਣਾ ਹੈ ਕਿ ਦੋ ਪਲੇਟਸ ਜਦੋਂ ਆਪੋਜ਼ਿਟਲੀ ਚਾਰਜਡ ਹੋਣ ਤੇ ਵਿਚਕਾਰ ਫੀਲਡ ਫਿਕਸ ਹੁੰਦਾ ਹੈ ਇੰਨਾ, ਬਾਹਰ ਫੀਲਡ ਕੀ ਹੁੰਦਾ ਹੈ, 0। ਲੇਟਰ ਔਨ ਇੱਕ ਰਿਜ਼ਲਟ ਹੋਰ ਤੁਹਾਨੂੰ ਦਿਖਾਵਾਂਗਾ, ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਵਾਲਾ ਸਾਰਾ ਕੰਮ ਜਿਹੜਾ ਇਹਨੂੰ ਇੰਜੋਏ ਕੀਤਾ ਹੋਣਾ ਬੇਟੇ, ਹੈ ਨਾ। ਤਾਂ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਐਕਸਪੈਰੀਮੈਂਟ ਦੇਖਣ ਨੂੰ ਕਾਹਲੇ ਕੀ ਦੇਖਣ ਨੂੰ ਕਾਹਲੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਆਪਣਾ ਜਿਹੜਾ ਫਾਰਮੂਲਾ ਹੈ ਬੇਸਿਕਲੀ ਉਹ ਕੀ ਹੈ ਭਲਾ। ਆਪਾਂ ਸਿਰਫ ਧਿਆਨ ਦੇਣਾ ਹੈ ਕਿ ਸਾਡਾ ਜਿਹੜਾ ਫਾਰਮੂਲਾ ਹੈ ਉਹ ਹੈਗਾ ਸਿਗਮਾ ਬਾਈ 2 ਐਪਸੀਲਨ ਨੋਟ, ਜਾਂ ਕਹਿ ਦੋ ਸਿਗਮਾ ਤੇ ਐਪਸੀਲਨ ਨੋਟ, ਯਾਨੀ ਕਿ ਡਿਸਟੈਂਸ ਤੇ ਦੀ ਡਿਪੈਂਡੈਂਸ ਨਹੀਂ ਹੈਗੀ, ਇਹੀ ਤੁਹਾਨੂੰ ਸ਼ੋਅ ਕਰਨਾ ਹੈ। ਚਲੋ ਆਓ ਆਪਾਂ ਐਕਸਪੈਰੀਮੈਂਟ ਜਿਹੜਾ ਹੈ, ਜਿਹੜੀ ਡੈਮੋਨਸਟ੍ਰੇਸ਼ਨ ਹੈ, ਉਹਨੂੰ ਕਰਕੇ ਦੇਖੀਏ। ਤਾਂ ਹੁਣ ਆਪਣੇ ਕੋਲ ਐਕਸਪੈਰੀਮੈਂਟਲ ਸੈਟਅਪ ਕੀ ਹੈ ਬੇਟੇ, ਆਹ ਮੈਂ ਤੁਸੀਂ ਦੇਖ ਸਕਦੇ ਹੋ ਵੀ ਕੀ ਲੱਗਦਾ ਪਿਆ ਤੁਹਾਨੂੰ। ਮੈਨੂੰ ਆਈ ਹੋਪ ਕਿ ਕਈਆਂ ਨੂੰ ਸ਼ਾਇਦ ਪਛਾਣ ਆ ਜਾਵੇ। ਇਹ ਮੈਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਪਤੀਲਾ ਹੁੰਦਾ ਉਹਦਾ ਵੱਡਾ ਸਾਰਾ ਢੱਕਣ ਲਿਆ ਹੈ, ਐਂਡ ਮੈਂ ਇਹਨੂੰ ਆਪਦੀ ਸ਼ੀਟ ਬਣਾ ਲੈਣਾ। ਠੀਕ ਹੈ, ਸ਼ੀਟ ਬਣਾ ਲੈਣਾ। ਉਸ ਤੋਂ ਬਾਅਦ ਆਪਾਂ ਕੀ ਕੀਤਾ ਕਿ ਇਹ ਇੱਕ ਲੱਕੜ ਦਾ ਪੀਸ ਲੈ ਕੇ ਇਹਦੇ ਨਾਲ ਮੈਂ ਆਹ ਐਲ ਸ਼ੇਪ ਪਲਾਸਟਿਕ ਦਾ ਟੁਕੜਾ ਲਗਾ ਕੇ, ਧਾਗਾ ਲਗਾ ਕੇ ਨੀਚੇ ਇੱਕ ਆ ਮੈਟਲ ਦੀ ਫੋਇਲ ਲਾਤੀ ਹੈ। ਇਹ ਮੇਰਾ ਇੱਕ ਤਰੀਕੇ ਦਾ ਟੈਸਟ ਚਾਰਜ ਹੈ, ਹਨਾ, ਦਿਖ ਰਿਹਾ ਤੁਹਾਨੂੰ। ਹੁਣ ਅਗਲਾ ਆਪਾਂ ਕੀ ਕਰਾਂਗੇ ਕਿ ਉਹ ਭਾਈ ਸਾਹਿਬ ਤੁਹਾਨੂੰ ਪਤਾ ਹੀ ਹੈ ਆਪਣੇ ਬਾਰ-ਬਾਰ ਕੰਮ ਹੁੰਦੇ ਨੇ, ਇਸੇ ਕਰਕੇ ਮੈਂ ਇੱਕ ਵੈਂਡੀਗ੍ਰਾਫ ਜਨਰੇਟਰ ਦੀ ਇੱਕ ਖਾਸ ਵੀਡੀਓ ਬਣਾਈ ਹੋਈ ਹੈ, ਬਿਕੋਜ਼ ਮੇਰੇ ਐਕਸਪੈਰੀਮੈਂਟਸ ਦੇ ਵਿੱਚ ਤੁਸੀਂ ਦੇਖਿਆ ਕਿ ਮੈਂ ਉਹਨੂੰ ਬਹੁਤ ਜ਼ਿਆਦਾ ਵਰਤਣਾ ਪਸੰਦ ਕਰਦਾ। ਉਹਦੇ ਤੋਂ ਇੱਕ ਗ੍ਰੀਨ ਵਾਇਰ ਤੁਹਾਨੂੰ ਦਿਖ ਰਹੀ ਹੋਣੀ, ਉਹ ਗ੍ਰੀਨ ਵਾਇਰ ਜਿਹੜੀ ਹੈ, ਜਿਹੜਾ ਚਾਰਜ ਉਹਦੇ ਤੇ ਆਏਗਾ ਉਹ ਸਾਰਾ ਚਾਰਜ ਪਿੱਛੋਂ ਇਹਦੇ ਤੇ ਟ੍ਰਾਂਸਫਰ ਹੋ ਰਿਹਾ। ਇਜ਼ ਦੈਟ ਓਕੇ। ਹੁਣ ਜਦੋਂ ਇਹਦੇ ਤੇ ਟ੍ਰਾਂਸਫਰ ਹੋਏਗਾ ਇਹਦੇ ਤੇ ਚਾਰਜ ਆ ਜਾਏਗਾ, ਜਦੋਂ ਇਹਦੇ ਤੇ ਚਾਰਜ ਆਏਗਾ ਮੈਂ ਇਹਨੂੰ ਨੇੜੇ ਲੈ ਜਾਣਾ। ਜਦੋਂ ਨੇੜੇ ਲੈ ਕੇ ਜਾਵਾਂਗਾ ਬੇਟੇ ਇਹ ਹੈਗੀ ਅਨਚਾਰਜਡ, ਠੀਕ ਹੈ, ਆ ਵਾਲੀ। ਜਦੋਂ ਇਹ ਅਨਚਾਰਜਡ ਹੈ, ਇਹ ਚਾਰਜਡ ਹੈ, ਤੇ ਪਹਿਲਾਂ ਉਹਦੇ ਵੱਲ ਕੀ ਹੋਏਗੀ, ਅਟਰੈਕਟ। ਇਜ਼ ਦੈਟ ਓਕੇ। ਜਦੋਂ ਅਟਰੈਕਟ ਹੋਏਗੀ ਤਾਂ ਉਹਦਾ ਕੀ ਲੈ ਲੇਗੀ, ਚਾਰਜ ਲੈ ਲੇਗੀ ਜਾ ਕੇ। ਜਦੋਂ ਚਾਰਜ ਸੇਮ ਆ ਗਿਆ ਫਿਰ ਇਹ ਕੀ ਕਰਨ ਲੱਗ ਪਏਗੀ, ਰਿਪੈਲ।
ਸੋ ਇੰਨੀ ਗੱਲ ਯਾਦ ਰੱਖੋ। ਮੈਂ ਵੈਂਡੀਗ੍ਰਾਫ ਜਨਰੇਟਰ ਔਨ ਕਰਦਾ। ਸੋ ਆਪਣਾ ਵੈਂਡੀਗ੍ਰਾਫ ਜਨਰੇਟਰ ਔਨ ਹੈ ਬੇਟਾ, ਟੈਸਟ ਚਾਰਜ ਰੈਡੀ ਹੈ। ਚਾਰਜ ਨੂੰ ਆਪਾਂ ਐਕਿਊਮੂਲੇਟ ਹੋਣ ਦਿੰਦੇ ਆ, ਠੀਕ ਹੈ। ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਚਾਰਜ ਐਕਿਊਮੂਲੇਟ ਹੋ ਗਿਆ ਕਿ ਨਹੀਂ ਹੋ ਗਿਆ। ਦੇਖੋ ਕੀ ਕਰ ਰਿਹਾ, ਖਿੱਚਿਆ ਜਾ ਰਿਹਾ ਨਾ ਉਧਰ। ਇਹ ਕਹਿੰਦਾ ਮੈਂ ਜਾਣਾ, ਮੈਂ ਜਾਣ ਨਹੀਂ ਦੇਣਾ ਅਜੇ। ਕਦੋਂ ਜਾਣ ਦਿਆਂਗੇ ਆਪਾਂ? ਅੱਲਾ ਹੁਣ ਭੇਜ ਦਈਏ। ਜਿਵੇਂ ਜਾਏਗਾ ਕੀ ਹੋਊਗਾ ਭਲੇ? ਰਸਤਾ ਬਦਲ ਗਿਆ। ਹੁਣ ਤੁਸੀਂ ਇਹ ਦੇਖੋ ਕਿ ਇਹਨੇ ਚਾਰਜ ਲਿਆ ਹੋਇਆ ਬੇਟੇ। ਮੈਂ ਕੀ ਕਰਦਾ ਕਿ ਇਹਨੂੰ ਚਾਰਜ ਲਿਆ ਹੋਇਆ, ਮੈਂ ਇਹਨੂੰ ਥੋੜਾ ਥੋੜਾ ਦੂਰ ਨੇੜੇ ਕਰਕੇ ਦੇਖਦਾ ਐ ਕਰਕੇ। ਤੁਸੀਂ ਧਿਆਨ ਨਾਲ ਦੇਖੋ, ਧਾਗਾ ਜਿਹੜਾ ਹੈ ਜਾਂ ਫਿਰ ਜਿਹੜਾ ਐਂਗਲ ਹੈ ਕਿਤੇ ਬਦਲ ਰਿਹਾ। ਹਰ ਟਾਈਮ ਵਿੱਚ ਬਿਲਕੁਲ ਨੇੜੇ ਨੇੜੇ ਚੈੱਕ ਕਰਦਾ ਨਾ, ਤਾਂ ਨੇੜੇ ਨੇੜੇ ਫੀਲਡ ਜਿਹੜਾ ਉਹ ਕੀ ਰਹਿ ਰਿਹਾ, ਯੂਨੀਫਾਰਮ। ਮੈਨੂੰ ਕਿਵੇਂ ਪਤਾ ਲੱਗਦਾ ਕਿ ਜਿਹੜਾ ਧਾਗਾ ਹੈ ਉਹ ਆਪਦਾ ਐਂਗਲ ਨਹੀਂ ਬਦਲਦਾ, ਠੀਕ ਹੈ। ਦੁਬਾਰਾ ਫਿਰ ਦੇਖ ਲਓ, ਚਾਰਜ ਜਲਦੀ ਲੀਕ ਹੋ ਜਾਂਦਾ। ਆ ਦੇਖੋ ਐਂਗਲ ਕੀ ਰਹਿੰਦਾ ਸੇਮ, ਹਰ ਵਕਤ ਉਹ ਐ ਹੀ ਹੈ, ਐ ਨਹੀਂ। ਪਰ ਜੇ ਮੈਂ ਦੂਰ ਲੈ ਕੇ ਜਾਵਾਂ, ਦੇਖੇ ਕੀ ਹੁੰਦਾ। ਆ ਦੇਖੋ ਕੀ ਹੋ ਰਿਹਾ, ਫੀਲਡ ਵੀਕ ਹੋ ਰਿਹਾ ਬਹੁਤ ਜ਼ਿਆਦਾ। ਸੋ ਨੇੜੇ ਨੇੜੇ ਇਹ ਕਿਵੇਂ ਬਿਹੇਵ ਕਰਦਾ ਹੈ, ਜਿਵੇਂ ਮਤਲਬ ਫੀਲਡ ਯੂਨੀਫਾਰਮ ਹੈ, ਲੇਕਿਨ ਜਦੋਂ ਦੂਰ ਜਾਵਾਂਗੇ ਤਾਂ ਫੀਲਡ ਕੀ ਹੋ ਜਾਂਦਾ, ਵੀਕ ਹੋ ਜਾਂਦਾ, ਠੀਕ ਹੈ। ਤਾਂ ਇਹ ਨੇੜੇ ਨੇੜੇ ਹੀ ਵਾਲਾ ਰਿਜ਼ਲਟ ਜਿਹੜਾ ਹੈ ਇਹ ਐਪਲੀਕੇਬਲ ਹੈ, ਓਕੇ। ਸੋ ਡੈਮੋਨਸਟ੍ਰੇਸ਼ਨਸ ਹਮੇਸ਼ਾ ਬੜੀਆਂ ਦਿਲ ਨੂੰ ਸਕੂਨ ਦੇਣ ਵਾਲੀਆਂ ਹੁੰਦੀਆਂ। ਜੇ ਤੁਸੀਂ ਮੇਰੇ ਕੋਲ ਹੁੰਦੇ ਇੱਥੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਨਜ਼ਾਰਾ ਆਉਂਦਾ। ਸੋ ਚਲੋ ਵਰਚੁਅਲੀ ਸਹੀ, ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਆਨੰਦ ਲਿਆ ਹੋਣਾ। ਐਂਡ ਮਿਲਦੇ ਆ ਬੇਟਾ ਨੈਕਸਟ ਵੀਡੀਓ ਦੇ ਵਿੱਚ, ਜਦੋਂ ਤੁਸੀਂ ਇਹਨੂੰ ਅੱਛੇ ਤਰੀਕੇ ਨਾਲ ਪੜ੍ਹ ਲਓਗੇ। ਟਿਲ ਦੈਨ ਬਾਏ। ਐਂਡ ਫੀਡਬੈਕ ਦੇਣੀ ਨਾ ਭੁੱਲਣਾ, ਵੀਡੀਓ ਨੂੰ ਇਹ ਕਰਨਾ ਤੇ ਇੱਕ ਆਪਦੀ ਫੀਡਬੈਕ ਜ਼ਰੂਰ ਦੇਣਾ। ਬਾਏ।